ਅੰਤਮ ਅਰਦਾਸ ਸਤਿਗੁਰ ਦੀ ਦਿੱਤੀ ਹੋਈ ਮਰਿਆਦਾ ਹੈ। ਅੰਤਮ ਅਰਦਾਸ ਕੋਈ ਫਾਰਮੈਲਿਟੀ ਨਹੀਂ। ਅੰਤਮ ਅਰਦਾਸ ਭੋਗ ਇਸ ਵਾਸਤੇ ਨਹੀਂ ਕਿ ਬਹੁਤ ਸਾਰੇ ਰਿਸ਼ਤੇਦਾਰਾਂ ਨੂੰ ਸੱਦਣਾ ਹੈ ਤੇ ਕਈ ਪ੍ਰਕਾਰ ਦੇ ਭੋਜਨ ਪਕਵਾਨ ਛਕਾਉਣੇ ਹਨ। ਨਹੀਂ ਸਾਧ ਸੰਗਤ, ਅੰਤਮ ਅਰਦਾਸ ਦਾ ਅਰਥ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ, ਔਰ ਸਤਿਗੁਰੂ ਜੀ ਨੇ ਸਾਨੂੰ ਇਹ ਮਰਿਆਦਾ ਬਖਸ਼ਿਸ਼ ਕੀਤੀ ਹੈ। ਇਹ ਕੋਈ ਰੀਤੀ ਰਿਵਾਜ ਰਸਮ ਨਹੀਂ ਹੈ, ਕਿਉਂਕਿ ਰੀਤੀ ਰਿਵਾਜ ਜਿਹੜੀਆਂ ਰਸਮਾਂ ਹੁੰਦੀਆਂ ਨੇ ਉਹ ਹਰ 150 ਕਿਲੋਮੀਟਰ ਤੋਂ ਬਾਅਦ ਬਦਲ ਜਾਂਦੀਆਂ ਨੇ। ਮਾਝੇ ਵਿੱਚ ਰਸਮਾਂ ਹੋਰ ਨੇ, ਤੁਸੀਂ ਬਿਆਸ ਦਰਿਆ ਟੱਪ ਜਾਓ ਤੇ ਦੁਆਬੇ ਵਿੱਚ ਰੀਤੀ ਰਿਵਾਜ ਰਸਮਾਂ ਹੋਰ ਨੇ। ਸਤਲੁਜ ਦਰਿਆ ਟੱਪੋ ਤਾਂ ਮਾਲਵੇ ਵਿੱਚ ਰਸਮਾਂ ਹੋਰ ਨੇ। ਹਰ 150 ਕਿਲੋਮੀਟਰ ਤੋਂ ਬਾਅਦ ਰੀਤੀ ਰਿਵਾਜ ਪਿੰਡਾਂ ਦੀਆਂ ਰਸਮਾਂ ਬਦਲ ਜਾਂਦੀਆਂ ਨੇ, ਪਰ ਜਿਹੜੀ ਮਰਿਆਦਾ ਹੁੰਦੀ ਹੈ ਉਹ 7 ਸਮੁੰਦਰਾਂ ਤੋਂ ਪਾਰ ਜਾ ਕੇ ਵੀ ਇੱਕੋ ਹੀ ਰਹਿੰਦੀ ਹੈ। ਇਸ ਲਈ ਅੰਤਮ ਅਰਦਾਸ ਇੱਕ ਮਰਿਆਦਾ ਹੈ ਜੋ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਕਿ ਜਦੋਂ ਵੀ ਕਿਸੇ ਗੁਰਸਿੱਖ ਦੇ ਘਰ ਕੋਈ ਜੀਵ ਚੜ੍ਹਾਈ ਕਰਦਾ ਤਾਂ ਕਿਵੇਂ ਭਾਈ ਉਹਦੇ ਸਰੀਰ ਦੀ ਸੰਭਾਲ ਕਰਨੀ ਹੈ, ਅੰਗੀਠਾ ਸੰਭਾਲਣਾ ਹੈ, ਫਿਰ ਸਤਿਗੁਰ ਦੀ ਬਾਣੀ ਦੇ ਪਾਠ ਕਰਨੇ ਜਾਂ ਕਰਾਉਣੇ ਹਨ, ਔਰ ਫਿਰ ਕੋਈ ਨਿਸ਼ਚਿਤ ਦਿਨ ਜਿਹੜਾ ਸਾਰਿਆਂ ਨੂੰ ਢੁਕਵਾਂ ਹੋਵੇ ਉਹ ਦਿਨ ਰੱਖ ਕੇ ਸਾਰੇ ਗੁਰਮੁਖ ਪਿਆਰੇ ਸਤ ਸੰਗੀਆਂ ਨੂੰ ਬੁਲਾ ਕੇ ਅਕਾਲ ਪੁਰਖ ਦੇ ਹੁਕਮ ਦੀ ਵਿਚਾਰ ਕਰਨੀ ਔਰ ਉਸ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਨੀ। ਅਰਦਾਸ ਫਿਰ ਉਸ ਜੀਵ ਆਤਮਾ ਨੂੰ ਸਹਾਈ ਹੁੰਦੀ ਹੈ। ਆਓ ਸਾਧ ਸੰਗਤ, ਇੱਕ ਵਾਰ ਸਾਰੀ ਸੰਗਤ ਮਨ ਚਿੱਤ ਇਕਾਗਰ ਕਰੋ। ਜਿਨ੍ਹਾਂ ਨੇ ਜਲ ਪਾਣੀ ਛਕ ਲਿਆ ਹੈ, ਜਿੱਥੇ ਜਿੱਥੇ ਵੀ ਕਿਸੇ ਨੂੰ ਯੋਗ ਜਗ੍ਹਾ ਮਿਲਦੀ ਹੈ ਉੱਥੇ ਬੈਠਣ ਦੀ ਕਿਰਪਾਲਤਾ ਕਰੋ ਔਰ ਇਕਾਗਰ ਚਿੱਤ ਹੋ ਕੇ ਚੁੱਪ ਦਾ ਦਾਨ ਬਖਸ਼ਿਸ਼ ਕਰਕੇ, ਕਿਉਂਕਿ ਪਰਿਵਾਰ ਨੇ ਬਹੁਤ ਖਰਚਾ ਕੀਤਾ ਹੈ ਤੇ ਜੇ ਆਪਾਂ ਲੋਕ ਛਕ ਛਕਾ ਕੇ ਰੌਲਾ ਪਾ ਕੇ ਚਲੇ ਗਏ ਤਾਂ ਇਹ ਬਹੁਤ ਦੁੱਖ ਦੀ ਗੱਲ ਹੋਏਗੀ। ਇਸ ਲਈ ਜਿਹੜੇ ਕੰਮ ਵਾਸਤੇ ਆਏ ਆ ਇਕਾਗਰ ਚਿੱਤ ਹੋ ਕੇ ਹਾਜ਼ਰੀ ਲਾਓ। ਸਭ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਸਾਨੂੰ ਮਰਿਆਦਾ ਬਖਸ਼ਿਸ਼ ਕੀਤੀ। ਧੰਨ ਗੁਰੂ ਅਮਰਦਾਸ ਮਹਾਰਾਜ ਜਦੋਂ ਸਰੀਰ ਛੱਡਣ ਲੱਗੇ ਤਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣਾ ਪੂਰਾ ਪਰਿਵਾਰ ਇਕੱਠਾ ਕਰ ਲਿਆ। ਪੂਰੇ ਪਰਿਵਾਰ ਨੂੰ ਸੱਦਿਆ, ਪੁੱਤਾਂ ਨੂੰ, ਧੀਆਂ ਨੂੰ, ਦੋਹਤਿਆਂ ਨੂੰ, ਪੋਤਿਆਂ ਨੂੰ, ਪੜੋਤਿਆਂ ਨੂੰ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਰਿਵਾਰ ਬਹੁਤ ਵੱਡਾ ਸੀ। 94 ਸਾਲ ਦੀ ਉਮਰ ਸੀ ਮਹਾਰਾਜ ਦੀ। ਸ੍ਰੀ ਗੁਰੂ ਅਮਰਦਾਸ ਘੱਟੇ ਰੱਖੋ ਆਵਾਜ਼, ਬਹੁਤ ਘੱਟ ਆਵਾਜ਼, ਜਿਹਨੇ ਸੁਣਨਾ ਉਹਨੇ ਅੰਦਰ ਸੁਣ ਲੈਣਾ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ 94 ਵਰ੍ਹਿਆਂ ਦੀ ਉਮਰ ਤਾਂ ਪਾਤਸ਼ਾਹ ਨੇ ਆਪਣੇ ਪੁੱਤਰ, ਧੀਆਂ, ਦਮਾਦ, ਦੋਤੇ, ਪੋਤੇ ਤੇ ਪੜਪੋਤੇ ਸੱਦ ਲਏ ਔਰ ਸੱਦ ਕੇ ਮਹਾਰਾਜ ਨੇ ਕੋਲ ਬਿਠਾ ਕੇ ਹੁਕਮ ਕੀਤਾ, ਬੇਟਾ ਅਸੀਂ ਹੁਣ ਸੰਸਾਰ ਤੋਂ ਚਲੇ ਜਾਣਾ ਹੈ ਤੇ ਤੁਸੀਂ ਸਾਡੇ ਜਾਣ ਤੋਂ ਬਾਅਦ ਰੋਣਾ ਨਹੀਂ। ਤਾਂ ਸਾਰੇ ਪਰਿਵਾਰ ਨੇ ਹੱਥ ਜੋੜ ਕੇ ਬੈਠ ਗਏ। ਕਹਿੰਦੇ ਮਹਾਰਾਜ ਜੀ, ਪਿਤਾ ਜੀ ਰੋਣਾ ਨਹੀਂ ਤੇ ਫਿਰ ਕੀ ਕਰਨਾ ਹੈ? ਤਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ, ਜੋ ਕਰਨਾ ਹੈ ਉਹ ਧਿਆਨ ਨਾਲ ਸੁਣੋ ਔਰ ਇਸੇ ਤਰ੍ਹਾਂ ਤੁਸੀਂ ਕਰਨਾ ਹੈ। ਜੋ ਗੁਰੂ ਅਮਰਦਾਸ ਮਹਾਰਾਜ ਜੀ ਕਹਿ ਕੇ ਗਏ ਉਹ ਵਸੀਅਤਨਾਮਾ ਬਣ ਗਿਆ। ਕਿਉਂਕਿ ਜਦੋਂ ਕੋਈ ਮਰਨ ਤੋਂ ਪਹਿਲਾਂ ਆਪਣੇ ਹੋਸ਼ੋ ਹਵਾਸ ਵਿੱਚ
कोई चीज़ लिखत कर जाए उन्होंने वसीयतनामा कहते हैं। श्री गुरु अमरदास महाराज जी ने शरीर छड्डण तो पहला जो कहा वो गुरु अमरदास महाराज के पड़पोते बाबा सुंदर जी ने कोल बह के लिखा। कितनी उम्र होएगी महाराज दी? गुरु अमरदास महाराज के पड़पोता बाबा सुंदर जी वो कोल बह के लिख दे। महाराज ने की हुक्म किया? सतगुरु गुरु अमरदास महाराज बोले, सतगुर भाणे अपने वह परिवार सदाया। महाराज ने परिवार सद्या अपना पूरा, पुत भाई भतीजे सारिਆਂ ਨੂੰ बुलाया। सतगुर भाणे अपने वह परिवार सदाया। सद के फिर हुक्म किया, कहते लिख लो, मत में पिछे कोई रोव सी सो मैं मूल न पाया। पातशाह कहते साडे तो मगरों रोना नहीं है पाई। तो परिवार वाले सोची पै गए ये किवें हो सकता? किसी नूं जन्म देण वाली मां प्यो दादा पड़दादा नानी या नाना गुजर जाए तो यह किवें हो सकता उहदी अखां विच अथरू ना आउण। श्री गुरु अमरदास महाराज जी ने अपने पुत पोते दोते पड़ोते सब सदे हुए ते फिर परिवार ने नाल ही कहा, महाराज इदां तो हो ही नहीं सकता। महाराज कोई भी परिवार चों जीव विछड़ जाए तो जिन्ना जिन्ना किसी का नेह स्नेह है वो मन में विराग आउंदा, अथरू आउंदे। महाराज रोने नूं तां कोई रोक नहीं सकता, क्योंकि अपने आप थोड़ी रोया जाता, अपने आप ही अंदरों वो सब कुछ निकलता। तो श्री गुरु अमरदास महाराज जी ने फिर समझाया, क्योंकि गुरमत विच जिहड़ा रोना महाराज जी ने मना किया होर है। महाराज ने कहा, भाई रोना पता क्यों नहीं? इस वास्ते नहीं रोना कि रब की दरगाह में सानू मान मिल रहा है। असी पुत्तां धीआं परिवार गृहस्थी निभा के अकाल पुरख की दिती हुई ड्यूटी निभा के सुरखरू होके जा रहे हैं। रब की दरगाह में सिरों पाओ मिल रहा है तो तुहानू हुण खुश होना चाहिए। रही गल रोना क्यों नहीं, तो महाराज ने कहा रो के रोस नहीं करना, अखां विच तां अथरू आउणगे। वो रोना गुरमत विच परवान है, जिहड़ा किसी नूं याद करके विराग आउंदा मन विच। वो रोना परवान नहीं जिहड़े रोने विच रोस किया जाए कि रब्बा तू माड़ा कीता, आ तू चंगा नहीं कीता, रब ने तो बहुत माड़ा कर लिया। कहते भाई रोस नहीं करना, क्योंकि जिथे रोस पैदा हो जाए तुहाडी जिंदगी का तजर्बा रहेगा। जदों रोस पैदा होवे तां फिर दोष बंदा देण लग पैंदा। किसी रिश्तेदार नाल रोस होवे ना भी उन्हें इस तरह किया चंगा नहीं किया, फिर उहदे विच दोष कढण लग पैदा। असीं उहनूं इन्नी मदद कीती, उन्हें कोडी कदर नहीं पाई। तो जदों किसी रिश्ते विच रोस ते दोष वध जाण वो रिश्ता टुट जांदा है, बहुती देर रहिंदा नहीं। इस तरह महाराज ने कहा भाई रब नाल असीं तुहानूं जोड़ना है, तोड़ना नहीं। जे तुसीं रोस करन लग पे तो फिर दोष भी देओगे। अजे तो जरूरत सी, रब ने आ क्यों कर दिता? तो महाराज कहते भाई दोष नहीं देना, ना रोना है, भाव रोस नहीं करना। फिर महाराज ने बचन कहे, मित पैजै मित बिगसै जिस मित की पैज भावे। ये गुरु ग्रंथ साहब महाराज की बाणी में पाठ आउंदा है 923 अंग उत्ते राम कली सद एक ओंकार सतगुर प्रसाद। तो श्री गुरु अमरदास महाराज जी ने कहा भाई दरगाह विच मान मिल रहा, मित्र उही हुंदा जिहड़ा खुश होवे। फिर परिवार ने हाथ जोड़ के कहा महाराज करना कि वो हुक्म कर दो। जो गुरु अमरदास महाराज ने हुक्म किया अज आपां वो कर रहे हैं। बाकी तो साडी समाजिक इस तरह का सिस्टम बन गया है भी कोई दूरों नेड़े आया चलो जल पानी छकाउणा पैंदा है, 2-2 2.5 घंटे सफ़र करके आए, पर जिहड़े मकसद वास्ते इकट्ठे हुए वो जरूर सुनियो। तो गुरु अमरदास महाराज जी ने फिर हुक्म किया
ਕਹਿੰਦੇ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਅੰਤ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆਹ ਕੰਮ ਕਰਨਾ ਭਾਈ, ਰੱਬ ਦੀ ਕੀਰਤੀ ਕਰਿਓ, ਅਕਾਲ ਪੁਰਖ ਦਾ ਕੀਰਤਨ ਕਰਿਓ, ਉਹਦੀ ਬਾਣੀ ਨਾਲ, ਉਹਦੇ ਹੁਕਮ ਦੀ ਵਿਚਾਰ ਕਰਿਓ ਬੈਠ ਕੇ। ਤੇ ਯੋਗ ਦਿਨ ਕਿਸੇ ਦਿਨ ਗੁਰਮੁਖ ਗੁਰਸਿੱਖਾਂ ਨੂੰ ਬੁਲਾ ਕੇ ਰੱਬ ਦੀ ਕੀਰਤੀ ਕਰਿਓ, ਵਿਚਾਰ ਕਰਿਓ ਤੇ ਅਰਦਾਸ ਕਰਿਓ। ਇਹ ਰੱਬ ਨੂੰ ਵੀ ਚੰਗਾ ਲੱਗੇਗਾ, ਗੁਰੂ ਨੂੰ ਵੀ ਚੰਗਾ ਲੱਗੇਗਾ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਹੁਤ ਪਿਆਰ ਨਾਲ ਸਮਝਾਇਆ, ਭਾਈ ਰੋਸ ਨਹੀਂ ਕਰਨਾ। ਹਾਂ, ਅੱਖਾਂ ਵਿੱਚ ਅਥਰੂ ਆਉਣੇ, ਵਿਰਾਗ ਆਉਣਾ, ਇਹ ਆਪਣੇ ਰਿਸ਼ਤਿਆਂ ਦੇ ਸੰਬੰਧ ਕਰਕੇ ਹੈ, ਇਹ ਦੁਨਿਆਵੀ ਸਨੇਹ ਕਰਕੇ ਹੈ, ਮੋਹ ਕਰਕੇ ਹੈ। ਇਸ ਗੱਲ ਦੀ ਗੁਰਮਤਿ ਵਿੱਚ ਮਨਾਹੀ ਨਹੀਂ। ਤੁਸੀਂ ਵੇਖੋਗੇ ਰੋਜ਼ ਅਖਬਾਰਾਂ 'ਚ ਪੜ੍ਹਦੇ, ਟੈਲੀਵਿਜ਼ਨਾਂ 'ਚ, ਕਈ ਵਾਰ ਇੱਕ ਪਰਿਵਾਰ ਦੇ 5-5 ਜੀ ਐਕਸੀਡੈਂਟ ਹੋ ਕੇ ਮਰ ਜਾਂਦੇ। ਕੌਣ ਅਖਬਾਰ ਪੜ੍ਹ ਕੇ ਰੋਂਦਾ? ਕੋਈ ਟੈਲੀਵਿਜ਼ਨਾਂ ਵਿੱਚ ਖਬਰ ਵੇਖ ਕੇ ਕੋਈ ਰੋਂਦਾ ਵੇਖਿਆ ਤੁਸੀਂ? ਉਸੇ ਬੰਦੇ ਦੀਆਂ ਅੱਖਾਂ ਵਿੱਚ ਅਥਰੂ ਆਉਣਗੇ ਜਿਹਦਾ ਕੋਈ ਸੰਬੰਧ ਹੈ ਉਹਦੇ ਨਾਲ, ਜਿਹਦਾ ਕੋਈ ਕੁਝ ਲੱਗਦਾ। ਜੇ ਉਹਦੇ ਨਾਲ ਕੋਈ ਰਿਸ਼ਤਾ ਨਹੀਂ ਤਾਂ ਦੁਨੀਆ ਵਾਸਤੇ ਤੋਂ ਖਬਰ ਹੈ, ਉਹਨੂੰ ਪੜ੍ਹ ਕੇ ਸੁਣ ਕੇ ਵੇਖ ਕੇ ਕੌਣ ਰੋਂਦਾ? ਤਾਂ ਮਹਾਰਾਜ ਜੀ ਨੇ ਫਿਰ ਬਚਨ ਕੀਤੇ, ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਕੇਸੋ ਗੋਪਾਲ ਪੰਡਤ ਸੱਦਿਓ ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਕੇਸੋ ਗੋਪਾਲ ਦਾ ਅਰਥ ਕੋਈ ਪੰਡਤ ਨਹੀਂ। ਕੇਸੋ ਗੋਪਾਲ ਪੰਡਤ ਦਾ ਅਰਥ ਹੈ ਲੰਬੇ ਕੇਸਾਂ ਵਾਲਾ ਰੱਬ ਪਰਮਾਤਮਾ। ਉਸ ਪ੍ਰਭੂ ਪਰਮਾਤਮਾ ਦੇ ਘਰ ਵਾਲੇ ਗੁਰਸਿੱਖ ਗੁਰਮੁਖ ਪਿਆਰਿਆਂ ਨੂੰ, ਗਿਆਨਵਾਨ ਗੁਰਸਿੱਖਾਂ ਨੂੰ ਬੁਲਾਇਓ ਤੇ ਬਹਿ ਕੇ ਉਹਦੇ ਹੁਕਮ ਦੀ ਵਿਚਾਰ ਕਰਿਓ। ਭਾਈ ਇਹ ਉਹਦਾ ਹੁਕਮ ਹੈ, ਕਿਉਂਕਿ ਰੱਬ ਦਾ ਨਾਮ ਕੇਸ਼ਵ ਵੀ ਹੈ ਬਾਣੀ ਅੰਦਰ। ਕੇਸੋ ਕੇਸੋ ਕੁਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਣੇ ਪੁਕਾਰ। ਉੱਥੇ ਕੇਸੋ ਦਾ ਅਰਥ ਲੰਬੇ ਕੇਸਾਂ ਵਾਲਾ ਰੱਬ। ਤਾਂ ਮਹਾਰਾਜ ਨੇ ਬਚਨ ਕਹਿ, ਕੇਸੋ ਗੋਪਾਲ ਪੰਡਿਤ ਸੱਦਿਓ ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਹਰ ਕਥਾ ਪੜ੍ਹੀਏ, ਹਰ ਨਾਮ ਸੁਣੀਏ। ਕਹਿੰਦੇ ਕਥਾ ਪੜ੍ਹਿਓ, ਸੁਣਿਓ, ਬਹਿ ਕੇ ਵਿਚਾਰ ਕਰਿਓ। ਬੇਵਾਨ ਹਰ ਰੰਗ ਗੁਰ ਭਾਵੇ। ਕਹਿੰਦੇ ਇਹ ਗੱਲ ਰੱਬ ਨੂੰ ਚੰਗੀ ਲੱਗੇਗੀ। ਇਹ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਤੁਹਾਡਾ ਕੀਤਾ ਹੋਇਆ ਕਰਮ ਚੰਗਾ ਲੱਗੇਗਾ। ਫਿਰ ਪੂਰੇ ਪਰਿਵਾਰ ਨੇ ਇਸੇ ਤਰ੍ਹਾਂ ਕੀਤਾ ਜੋ ਮਹਾਰਾਜ ਜੀ ਨੇ ਫਿਰ ਹੁਕਮ ਕੀਤਾ। ਉਹ ਮਹਾਰਾਜ ਦਾ ਹੁਕਮ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਹ ਸਾਡੇ ਵਾਸਤੇ ਮਰਿਆਦਾ ਬਣ ਗਈ। ਭਾਵੇਂ ਕੋਈ ਗੁਰਸਿੱਖ 7 ਸਮੁੰਦਰਾਂ ਤੋਂ ਪਾਰ ਵਿਦੇਸ਼ਾਂ ਵਿੱਚ ਰਹਿੰਦਾ ਹੈ, ਅੰਤਮ ਅਰਦਾਸ ਦੀ ਇਹੀ ਮਰਿਆਦਾ ਹੈ। ਹੁਣ ਹੁਕਮ ਕੀ ਹੈ ਜਿਹਦੀ ਆਪਾਂ ਵਿਚਾਰ ਕਰਨ ਵਾਸਤੇ ਬੈਠੇ। ਸਾਧ ਸੰਗਤ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੋ। ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਸਭ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਨਾਮ ਦੀ ਵਡਿਆਈ ਹੈ, ਮਹਿਮਾ ਹੈ, ਭਜਨ ਦੀ, ਬੰਦਗੀ ਦੀ, ਸਿਮਰਨ ਦੀ। 2 ਨੰਬਰ ਉੱਤੇ ਜਦੋਂ ਬਾਣੀ ਪੜੋਗੇ, ਸਭ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਮੌਤ ਦੀ ਕਥਾ ਹੈ। ਸਭ ਤੋਂ ਵੱਧ ਮੌਤ ਦੇ ਵਿਸ਼ੇ ਉੱਤੇ ਮਹਾਰਾਜ ਨੇ ਬਾਣੀ ਉਚਾਰਨ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਕੋਈ ਐਸਾ ਅੰਗ ਨਹੀਂ ਹੈ ਜਿਸ ਅੰਗ ਉੱਤੇ ਮੌਤ ਦਾ ਕੋਈ ਸ਼ਬਦ ਨਾ ਹੋਵੇ। ਪਾਤਸ਼ਾਹ ਨੇ ਮੌਤ ਦੀ ਇੰਨੀ ਵਿਆਖਿਆ ਪਤਾ ਕਿਉਂ ਕੀਤੀ? ਕਿਉਂਕਿ ਮੌਤ ਜ਼ਿੰਦਗੀ ਦੀ ਉਹ ਸਚਾਈ ਹੈ ਜਿਹਨੂੰ ਮਨੁੱਖ ਸਮਝਣਾ ਨਹੀਂ ਚਾਹੁੰਦਾ। ਸਤਿਗੁਰੂ ਸਮਝਾਉਂਦੇ ਨੇ, ਭਾਈ ਜਿਹਨੂੰ ਮਰਨਾ ਯਾਦ ਹੈ ਉਹਨੂੰ ਰੱਬ ਦਾ ਨਾਮ ਚੇਤੇ ਜ਼ਰੂਰ ਆਉਂਦਾ ਹੈ। ਤੁਸੀਂ ਤਜਰਬਾ ਕਰਕੇ ਵੇਖਿਓ, ਕੋਈ ਬੰਦਾ ਕਦੇ ਗੁਰਦੁਆਰੇ ਨਾ ਗਿਆ ਹੋਵੇ, ਮੰਦਰ ਮਸਜਿਦ ਕਿਤੇ ਨਾ ਗਿਆ ਹੋਵੇ, ਰੱਬ ਦਾ ਨਾਮ ਬਿਨਾਂ ਜਪਦਾ ਹੋਵੇ, ਗੁਰੂ ਦਾ ਸਿੱਖ ਬਿਨਾਂ ਹੋਵੇ, ਉਹ ਬੰਦਾ ਰਾਹ ਜਾਂਦੇ ਕਿਸੇ ਦਾ ਐਕਸੀਡੈਂਟ ਵੇਖ ਲੈ ਨਾ, ਮੌਤ, ਤਾਂ 5-10 ਮਿੰਟ ਵਾਸਤੇ ਉਹਨੂੰ ਵੀ ਦੁਨੀਆ ਪੁੱਤਰ ਧੀਆਂ ਭੁੱਲ ਜਾਂਦੇ, ਉਹ ਬੰਦੇ ਨੂੰ ਵੀ ਰੱਬ ਦਾ ਨਾਮ ਚੇਤੇ ਆਉਂਦਾ। ਇਹਦਾ ਮਤਲਬ ਕਾਲ ਮੌਤ ਜਿਹੜੀ ਹੈ ਉਹ ਬੰਦੇ ਨੂੰ ਰੱਬ ਦਾ ਨਾਮ ਚੇਤੇ ਕਰਾਉਂਦੀ। ਇਸ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਾਰ-ਬਾਰ ਮੌਤ ਦੀ ਗੱਲ ਕੀਤੀ। ਐ ਇਨਸਾਨ, ਤੂੰ ਆਪਣਾ ਮਰਨਾ ਯਾਦ ਰੱਖ,
फिर किसी नाल बेईमानी नहीं करेगा। जिन्हों मरना याद है वो धोखा छड्ड दिंदा, जिन्हों मरना याद है ਉਹਦੇ मन च बुरियां चीज़ां आउणियां बंद हो जांदियां। जिन्हों मरना याद है ਉਹਨੂੰ परमात्मा का नाम चेते आउंदा है, ते जिन्हों वाहिगुरू याद आउंदा है, पातशाह ने कहा जा तेरा धरती ते आउणा भी सफल, तेरा दुनिया तो जाना भी सफल, क्योंकि तैनूं वाहिगुरू चेते आ रहा। हजूर पातशाह बाणी अंदर बचन कहते ये तो कोई पता नहीं भाई किसी ने कित्थे किवें ते कदों मरना है, ये रब ने अपने कोल भेत रखे। किसी इंसान नूं उहदी मौत का भेत नहीं दिता किवें कित्थे ते कदों मरना है। पर पातशाह कहते इन्नी गल पक्की है, जां तेरे नाल वादा रहा, तैनूं उठदियां वहिंदियां वाहिगुरू याद आवे, तेरा आउणा भी सफल, तेरा मरना भी सफल, तेरा जीना भी सफल, तेरा मरना भी सुहेला। तो हजूर ने बचन कह क्या जाना कि मरेंगे कैसा मरना होए, पर एक गल पक्की है, जे कर साहिब मनो न विसरै तां सैला मरना होए। कहते तेनू वाहिगुरू ना विसरे, रब दा नाम ना भुले, तेरा मरना सुहेला हो जाए। एक हजूर ने बचन कहा जे तुसीं बाणी पढ़दे हो तुहानूं याद होएगा, ਉਹਦੇ ਵਿੱਚ महाराज कहते ਇਹ इंसान हर रोज़ एवरी डे तेरा एक कम है, जे तू कर लवें तेरियां परेशानियां मिट जाणगियां, तेरियां परेशानियां चिंतावां खत्म होण लग पैणगियां जे तू हर रोज़ एक काम करे। महाराज वो किहड़ा काम है? दुनिया तां परेशानी विच डिप्रैशन विच जी रही है, लोग तो बहुत परेशान ने, जिन्हां कोल जायदाद बहुत है वो भी परेशान, जिन्हां कोल नहीं वो भी परेशान ने। तो बहुत लोगों को नींद नहीं आती, गोलियां खा के सोना पैंदा है, और इन्ने लोग परेशान हो जाते हैं। अरबां खरबां की जायदाद वाले वड्डे वड्डे बॉलीवुड के एक्टर आत्म हत्या कर लेंदे ने। श्री गुरु ग्रंथ साहिब महाराज की बाणी ने हल दस्या, कहते जा भाई एक गल रोज चित्ते कर लिया कर, तेरियां परेशानियां मिट जाणगियां। महाराज वो किहड़ी गल है? सतगुरां बचन कहा हर रोज एक बार दिन विच अपना मौत अपना मरना चित्ते कर लिया कर, तेरियां परेशानियां मिटण लग पैणगियां। क्योंकि बंदा परेशान ही उदों हुंदा है जदों मोह विच फसिया, हाय वो अगे लंघ गए, साडा नहीं बनिया, उन्हां दा इन्ना कुछ बन गया, साडा की बनेगा, उहदे बच्चे बाहर चले गए, मेरा की बनेगा। हजूर ने कहा जदों मरना याद है तू चेते रख, इत्थे तू पक्का रहन वास्ते नहीं आया, ये दुनिया शहर मेले। जिन्हों याद है कि मैं छड्ड जाना, वो जिन्ना रब ने दिता उहदे उत्ते सबर करन लग पेगा। वो कहेगा क्यों गवांढी दा बन्ना वड्ढना, काहदे लई लालच करना है। तब बादशाह ने कहा सब परेशानियां मिट जाणगियां, एक गल याद कर बंदे खोज दिल हर रोज। हर रोज दा अर्थ एवरीडे, हर रोज याद करना। बंदे खोज दिल हर रोज, ना फिर परेशानी माहे। महाराज की खोजना है, की याद करना रोज दिल विच। कहते बस आ गल याद कर लिया कर कि ये जो दुनिया शहर मिला दस्तगीरी ना है। भाई ये पक्का रहन दा ठिकाना नहीं है तेरा, ये मेले ते शहर बाजार दी न्याई है, इहदे विच सेल परचेज तू वेखण आया मेला, वेख किसे नाल झगड़ा ना कर। जिहड़े बंदे नूं अपनी मंजिल दा फिक्र है वो माड़ी मोटी गल उत्ते रस्ते विच लोकां नाल थोड़ी लड़दा। जिहड़े राह विच तुसीं लड़दे वेखोगे वो लोग विहले होणगे तां लड़ रहे। जिहड़े बंदे नूं मंजिल दा फिक्र है, मैं मंजिल ते पहुंचना, तो रस्ते में थोड़ी बहुती किसी की गल गलती करके झगड़ा नहीं करते। इदां पातशाह ने कहा मंजिल याद रख, फिर छोटियां मोटियां गल्लां दी तैनूं परेशानी नहीं होएगी। कोई तैनूं वध घट कह भी जाए तेरे ते असर ही नहीं होएगा, कोई तैनूं माड़ा भी कह जाए तभी तू परेशान नहीं होएगा। क्यों? तैनूं मंजिल याद है। इसलिए हजूर ने कहा हर रोज एक काम कर, मौत चेते रख। जदों मरना याद रखोगे वाहिगुरू नाल ही चेते आएगा।
ਜਿਹਨੂੰ ਮਰਨਾ ਯਾਦ, ਉਹਨੂੰ ਵਾਹਿਗੁਰੂ ਯਾਦ ਆਉਂਦਾ। ਫਿਰ ਹਜ਼ੂਰ ਨੇ ਕਿਹਾ ਇੱਕ ਕੰਮ ਤੇਰਾ ਹੋਰ ਰੋਜ਼ ਕਰਨ ਵਾਲਾ ਹੈ, ਜਦੋਂ ਮੌਤ ਯਾਦ ਕਰੇਂਗਾ ਇਹ ਕੰਮ ਆਪੇ ਹੋਣ ਲੱਗ ਪੈਣਾ। ਮਹਾਰਾਜ ਉਹ ਕਿਹੜਾ? ਉਹਨੂੰ ਹਜ਼ੂਰ ਨੇ ਕਿਹਾ ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉਠ ਹਰ ਨਾਮ ਧਿਆਵੇ। ਉਹ ਉੱਠਦੇ ਅਨਸਾਰ ਵਾਹਿਗੁਰੂ ਕਵੇ, ਆਪੇ ਕਹਿਣ ਲੱਗ ਪਓਗੇ ਜਦੋਂ ਮਰਨਾ ਚਿੱਤੇ ਆਉਂਦਾ। ਬੰਦੇ ਨੂੰ ਥੋੜਾ ਬਹੁਤਾ ਰੋਗ ਬਿਮਾਰੀ ਲੱਗ ਜਾਏ, ਜਿਹੜਾ ਨਹੀਂ ਉੱਠਦਾ ਉਹ ਵੀ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਨ ਲੱਗ ਪੈਂਦਾ। ਜਿਹੜਾ ਕਦੇ ਗੁਰਦੁਆਰੇ ਨਹੀਂ ਗਿਆ ਉਹ ਵੀ ਜਾਣ ਲੱਗ ਪੈਂਦਾ। ਕਿਉਂ? ਉਹਨੂੰ ਪਤਾ ਭਾਈ ਕੋਈ ਦੁੱਖ ਰੋਗ ਲੱਗ ਗਿਆ। ਉਹ ਮੌਤ ਤੋਂ ਡਰਦਾ। ਫਿਰ ਜਦੋਂ ਮੌਤ ਯਾਦ ਆਉਂਦੀ ਹੈ, ਰੱਬ ਦਾ ਨਾਮ ਵੀ ਰੋਜ਼ ਚਿੱਤੇ ਆਉਂਦਾ ਹੈ। ਪਾਤਸ਼ਾਹ ਨੇ ਕਿਹਾ ਇਹੀ ਹੈ ਮੰਜ਼ਿਲ, ਯਾਦ ਕਰਨ ਦਾ ਰਸਤਾ। ਇਸੇ ਕੰਮ ਵਾਸਤੇ ਤੂੰ ਆਇਆ ਇਸ ਧਰਤੀ ਤੇ। ਹਰ ਰੋਜ਼ ਤੇਰੀ ਉਮਰ ਘਟ ਰਹੀ ਹੈ, ਤੇਰਾ ਕੰਮ ਕਰਨ ਇੱਕੋ ਹੀ ਯੋਗ ਹੈ। ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਾਰੀ। ਇਹਨੂੰ ਹਜ਼ੂਰ ਨੇ ਕਿਹਾ ਸੂਰਜ ਚੜ੍ਹੇ ਵਿਯੋਗ, ਹਰ ਰੋਜ਼ ਤੇਰੀ ਉਮਰ ਘਟਦੀ ਹੈ। ਸੂਰਜ ਚੜ੍ਹਦਾ ਇੱਕ ਦਿਨ ਤੇਰੀ ਉਮਰ ਘਟ ਗਈ। ਹੁਣ ਤੁਸੀਂ ਮਨ 'ਚ ਵਿਚਾਰ ਕਰਿਓ ਜਿੰਨੇ ਬੈਠੇ ਹੋ, ਸਵੇਰੇ ਸੂਰਜ ਚੜ੍ਹਿਆ, ਆਪਾਂ ਉੱਠ ਕੇ ਇਸ਼ਨਾਨ ਪਾਨ ਕੀਤਾ, ਚਾਹ ਪਾਣੀ ਜਲ ਪਾਣੀ ਛਕਿਆ, ਕੰਮ ਸੋਚਿਆ ਵੀ ਭਾਈ ਉੱਥੇ ਆਪਾਂ ਨੂਰਪੁਰ ਭੋਗ ਤੇ ਜਾਣਾ। ਛੇਤੀ ਛੇਤੀ ਪਸ਼ੂਆਂ ਦਾ ਖੇਤਾਂ ਦਾ ਥੋੜਾ ਬਹੁਤਾ ਕੰਮ ਨਿਬੇੜਿਆ ਹੋਣਾ ਘਰ ਦਾ, ਫਿਰ ਤਿਆਰ ਹੋ ਕੇ ਆ ਗਏ। ਹੁਣ ਦੁਪਹਿਰ ਦਾ ਸਾਧ ਸੰਗਤ 1 ਵਜੇ ਚੱਲੇ। ਇਹ ਯਾਦ ਰੱਖਿਓ ਅੱਧਾ ਦਿਨ ਉਮਰ ਘਟ ਗਈ ਹੈ, ਵਾਪਸ ਨਹੀਂ ਆਏਗੀ। ਕਰੋੜਾਂ ਰੁਪਈਆ ਰੱਖ ਕੇ ਕੋਈ ਬੰਦਾ ਕਵੇ ਅੱਧਾ ਦਿਨ ਹੋਰ ਉਮਰ ਮਿਲ ਜਾਏ, ਨਹੀਂ ਮਿਲੇਗੀ। ਜਿਹੜਾ ਦਿਨ ਲੰਘੇ ਹੁਣ ਵਾਪਸ ਨਹੀਂ ਆਏਗਾ। ਤਾਂ ਪਾਤਸ਼ਾਹ ਨੇ ਸਾਨੂੰ ਸਮਝਾਇਆ ਰੋਜ਼ ਚੇਤੇ ਕਰਿਆ ਕਰ, ਸੂਰਜ ਚੜ੍ਹੇ ਵਿਯੋਗ ਸਭ ਸੇ ਘਟੇ ਆਰਜਾ। ਆਰਜਾ ਮੀਨਿੰਗ ਉਮਰ। ਕਹਿੰਦੇ ਸਾਰਿਆਂ ਦੀ ਉਮਰ ਘਟ ਗਈ, ਅੱਧਾ ਦਿਨ ਹੁਣ। ਰਾਤ ਪੈਣੀ ਹੈ, ਸ਼ਾਮਾਂ ਨੂੰ ਪੂਰਾ ਦਿਨ ਉਮਰ ਘਟ ਜਾਣੀ। ਸਭ ਕੋ ਭਰੇ ਫੂਕ ਆਖਣ ਕਹਿਣ ਨ ਥੰਮੀਐ। ਸਾਰੇ ਸਰੀਰਾਂ ਵਿੱਚ ਰੱਬ ਨੇ ਫੂਕ ਭਰੀ ਹੈ। ਆਪਣੇ ਆਪ ਸਵਾਸ ਆ ਰਹੇ ਨੇ। ਸੁੱਤਿਆਂ ਪਿਆਂ ਵੀ ਉਮਰ ਘਟ ਰਹੀ ਹੈ, ਜਾਗਦਿਆਂ ਤਾਂ ਘਟਦੀ ਹੈ, ਸੁੱਤਿਆਂ ਵੀ ਸਵਾਸ ਆਪਾਂ ਲੈ ਰਹੇ, ਉਮਰ ਘਟ ਰਹੀ। ਇਹਨੂੰ ਕੋਈ ਬੰਦਾ ਰੋਕ ਨਹੀਂ ਸਕਦਾ। ਵਿਆਹ ਬੰਦੇ ਦੀ ਉਮਰ ਥੋੜੀ ਜਿਹੀ ਵਧਾ ਦੇਈ ਹੈ ਸਵਾਸ ਰੋਕ ਕੇ। ਤਾਂ ਮਹਾਰਾਜ ਨੇ ਫਿਰ ਅਗਲੀ ਗੱਲ ਕਹੀ, ਕਹਿੰਦੇ ਆਖਣ ਕਹਿਣ ਨ ਥੰਮੀਐ, ਨਾਨਕ ਵਿਖੇ ਆਪ ਫੂਕ ਕਢਾਏ ਢਹਿ ਪਵੇ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮੈਂ ਆਪ ਵੇਖਿਆ, ਹਵਾ ਫੂਕ ਸਵਾਸ ਨਿਕਲ ਜਾਂਦੇ ਨੇ, ਬੰਦਾ ਮਰ ਜਾਂਦਾ ਹੈ। ਹੋਰ ਸਰੀਰ ਵਿੱਚ ਕੁਝ ਵੀ ਨਹੀਂ। ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਮੈਡੀਕਲ ਸਾਇੰਸ ਨੇ ਇਹ ਮੰਨਿਆ ਮਰੇ ਹੋਏ ਸਰੀਰ ਵਿੱਚੋਂ ਕੁਝ ਵੀ ਘਟਦਾ ਨਹੀਂ। ਕਿਹੜੀ ਚੀਜ਼ ਹੈ ਜਿਹੜੀ ਸਰੀਰ ਵਿੱਚੋਂ ਨਿਕਲ ਜਾਂਦੀ? ਲੋਕ ਕਹਿੰਦੇ ਮਰ ਗਿਆ ਬੰਦਾ। ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਸਵਾਸ, ਜੋਤ, ਆਤਮਾ। ਉਹਨੂੰ ਜਿੰਦ ਕਿਹਾ। ਸਰੀਰ ਵਿੱਚੋਂ ਜਿੰਦ, ਆਤਮਾ, ਸਵਾਸ ਨਿਕਲ ਗਏ, ਬੰਦਾ ਮਰ ਗਿਆ। ਨਹੀਂ ਤਾਂ ਤੁਸੀਂ ਵੇਖੋਗੇ ਮਰੇ ਸਰੀਰ ਦੇ ਅਨੇਕਾਂ ਪਾਰਟਸ ਐਸੇ ਨੇ ਜਿਹੜੇ ਜਿਉਂਦੇ ਸਰੀਰ 'ਚ ਪਾ ਦਿਓ ਕੰਮ ਕਰਦੇ ਨੇ। ਮਰਨ ਤੋਂ ਪਹਿਲਾਂ ਲੋਕ ਅੱਖਾਂ ਦਾਨ ਕਰ ਜਾਂਦੇ। ਜਦੋਂ ਕੋਈ ਬੰਦਾ ਸਰੀਰ ਛੱਡਦਾ ਉਹ ਅੱਖਾਂ ਉਹਦੀਆਂ ਕੱਢ ਕੇ ਦੂਜੇ ਸਰੀਰ 'ਚ ਪੈ ਸਕਦੀ। ਮਰਨ ਤੋਂ ਪਹਿਲਾਂ ਲੋਕ ਕਿਡਨੀਆਂ ਦਾਨ ਕਰ ਦਿੰਦੇ ਨੇ। ਬਹੁਤ ਕੁਝ ਹੈ ਜਿਹੜਾ ਸਰੀਰ ਵਿੱਚੋਂ ਕੱਢ ਕੇ ਡਾਕਟਰ ਜਿਉਂਦੇ ਸਰੀਰ ਵਿੱਚ ਪਾਉਂਦੇ ਨੇ, ਉੱਥੇ ਕੰਮ ਕਰਦਾ। ਆ ਹੁਣ ਕਿੰਨਾ ਰੌਲਾ ਪਿਆ ਕਰੋਨਾ ਦੇ ਨਾਂ ਉੱਤੇ, ਲੋਕਾਂ ਰੌਲਾ ਪਾਇਆ ਕਿ ਨਹੀਂ ਪਾਇਆ? ਵੀ ਲੋਕ ਉਹ ਡਾਕਟਰ ਜਿਹੜੇ ਨੇ ਅੰਗ ਕੱਢ ਰਹੇ ਨੇ ਮਰਦਿਆਂ, ਉਹਨਾਂ ਦੀਆਂ ਕਿਡਨੀਆਂ ਕੱਢ ਕੇ ਵੇਚ ਰਹੇ ਨੇ। ਇਹਦਾ ਮਤਲਬ ਬੰਦੇ ਦੇ ਮਰਨ ਨਾਲ ਸਰੀਰ ਵਿੱਚੋਂ ਕੋਈ ਇਸ ਤਰ੍ਹਾਂ ਦਾ ਅੰਗ ਉਹ ਨਹੀਂ ਕੱਢਿਆ ਹੋਵੇ ਤਾਂ ਮਰ ਗਿਆ। ਮਰਨ ਦਾ ਕਾਰਨ ਜਿੰਦ ਨਿਕਲ ਗਈ, ਉਹਨੂੰ ਮਰਿਆ ਡਿਕਲੇਅਰ ਕਰਤਾ। ਪਾਤਸ਼ਾਹ ਕਹਿੰਦੇ ਉਹਨੂੰ ਕੋਈ ਰੋਕ ਨਹੀਂ ਸਕਦਾ। ਔਰ ਸਾਧ ਸੰਗਤ ਕਿੰਨੀ ਵੱਡੀ ਗੱਲ ਹੈ। 1.5 ਕੁਇੰਟਲ ਦਾ ਭਾਰ ਹੋ ਜਾਏ ਬੰਦੇ ਦਾ, 1 ਕੁਇੰਟਲ ਦਾ ਭਾਰ ਹੋ ਜਾਏ, 80-90 ਕਿਲੋ ਤਾਂ ਆਮ ਹੀ ਹੈ ਨਾ ਲੋਕਾਂ ਦਾ ਭਾਰ। 80-90 ਕਿਲੋ ਕੁਇੰਟਲ ਭਾਰ ਜਿੰਦ ਆਤਮਾ ਚੱਕੀ ਫਿਰਦੀ ਹੈ, ਤੁਰਿਆ ਫਿਰਦਾ ਬੰਦਾ। ਤੇ ਜੇ ਉਹ ਜਿੰਦ ਆਤਮਾ ਨਿਕਲ ਜਾਏ ਤਾਂ 60 ਕਿਲੋ ਦਾ ਸਰੀਰ ਵੀ 4 ਬੰਦਿਆਂ ਤੋਂ ਚੁੱਕ ਨਹੀਂ ਹੁੰਦਾ, ਰਸਤੇ ਵਿੱਚ ਮੋਢਾ ਬਦਲਣਾ ਪੈਂਦਾ। ਅਰਥੀ ਚੁੱਕਣ ਲੱਗੇ ਹਾਂ 60 ਕਿਲੋ ਦਾ ਭਾਰ ਵੀ 4 ਬੰਦੇ ਥੱਕ ਜਾਂਦੇ ਨੇ। ਤੇ ਮਾਫ ਕਰਿਓ, ਜਿੰਦ ਆਤਮਾ 1-1.5 ਕੁਇੰਟਲ ਭਾਰ ਚੁੱਕੀ ਫਿਰਦੀ ਹੈ। ਉਹ ਜਿੰਦ ਆਤਮਾ ਪਰਮਾਤਮਾ ਨੇ ਸਾਡੇ ਸਰੀਰ ਵਿੱਚ ਪਾਈ। ਮਹਾਰਾਜ ਨੇ ਬਾਣੀ ਅੰਦਰ ਕਿਹਾ ਉਹਦੇ ਹੁਕਮ ਵਿੱਚ ਪਿਆ,
ਉਹਦੇ ਹੁਕਮ ਵਿੱਚ ਹੀ ਜਿੰਦ ਆਤਮਾ ਚਲੀ ਜਾਂਦੀ ਹੈ, ਕਿਸੇ ਬੰਦੇ ਦੇ ਵੱਸ ਦੀ ਗੱਲ ਨਹੀਂ। ਇੱਕ ਸ਼ਲੋਕ ਮੈਂ ਤੁਹਾਨੂੰ ਸ਼ਰਵਣ ਕਰਵਾਵਾਂ। ਉਹਦੇ ਵਿੱਚ ਸਤਿਗੁਰੂ ਜੀ ਨੇ ਬਚਨ ਕਹੇ, ਆਪਾਂ ਤਾਂ ਆਮ ਇਨਸਾਨ ਹਨ, ਆਮ ਬੰਦੇ ਦੁਨੀਆ ਦੇ। ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਉਹ ਬੰਦੇ ਜਿਨ੍ਹਾਂ ਨੇ ਪਤਾ ਕਰਵਾ ਲਿਆ ਵੀ ਮੌਤ ਕਦੋਂ ਹੋਣੀ ਹੈ, ਮੇਰੀ ਮੌਤ ਕਦੋਂ ਹੋਏਗੀ, ਮੌਤ ਦਾ ਕਾਰਨ ਕੀ ਹੋਏਗਾ, ਉਹ ਬੰਦੇ ਵੀ ਬਚ ਨਹੀਂ ਸਕੇ। ਬਹੁਤ ਬਲਸ਼ਾਲੀ ਰਾਜਾ, ਉਹਨੇ ਨਜੂਮੀ ਨੂੰ ਸੱਦਿਆ। ਨਜੂਮੀ ਸਮਝਦੇ ਹੋ, ਜੋਤਸ਼ੀ ਨੂੰ। ਬਜ਼ੁਰਗ ਜੋਤਸ਼ੀ ਨੂੰ ਬੁਲਾ ਕੇ ਕਹਿੰਦਾ, ਮੇਰੀ ਮੌਤ ਦਾ ਕਾਰਨ ਸਮਾਂ ਦੱਸ। ਉਹ ਜੋਤਸ਼ੀ ਕਹਿੰਦਾ, ਬਾਦਸ਼ਾਹ ਸਲਾਮਤ, ਮੈਂ ਮੌਤ ਦਾ ਕਾਰਨ ਵੀ ਦੱਸ ਸਕਦਾ, ਮੈਂ ਤੁਹਾਨੂੰ ਤੁਹਾਡੀ ਮੌਤ ਦਾ ਸਮਾਂ ਵੀ ਦੱਸ ਸਕਦਾ, ਪਰ ਇੱਕ ਸ਼ਰਤ ਉੱਤੇ ਦੱਸਾਂਗਾ, ਮੇਰੇ ਕੋਲੋਂ ਇਲਾਜ ਨਾ ਪੁੱਛਿਓ। ਜੇ ਤੁਸੀਂ ਮੌਤ ਦਾ ਇਲਾਜ ਪੁੱਛਿਆ, ਉਹ ਮੇਰੇ ਕੋਲ ਨਹੀਂ। ਕਿਸੇ ਰੋਗ ਬਿਮਾਰੀ ਦਾ ਇਲਾਜ ਹੋ ਸਕਦਾ ਹੈ, ਪਰ ਮੌਤ ਦਾ ਕੋਈ ਇਲਾਜ ਨਹੀਂ, ਉਹ ਬਹਾਨਾ ਬਣਦਾ, ਉਹ ਕਾਰਨ ਬਣਦਾ। ਤਾਂ ਉਹ ਰਾਜਾ ਬੋਲਿਆ ਜੋਤਸ਼ੀ ਨੂੰ, ਕਹਿੰਦਾ ਤੂੰ ਸਿਰਫ ਕਾਰਨ ਦੱਸ ਤੇ ਮੌਤ ਦਾ ਸਮਾਂ ਦੱਸ, ਇਲਾਜ ਮੈਂ ਆਪੇ ਕਰ ਲਾਂਗਾ। ਬਜ਼ੁਰਗ ਜੋਤਸ਼ੀ ਨੇ ਦੱਸਤਾ। ਕਹਿੰਦਾ ਜੀ ਅਜੇ ਤੁਹਾਡੀ 20 ਸਾਲ ਉਮਰ ਪਈ ਹੈ। ਬੜਾ ਖੁਸ਼ ਹੋਇਆ। ਕਹਿੰਦਾ 20 ਸਾਲਾਂ ਬਾਅਦ ਸਾਵਣ ਦਾ ਮਹੀਨਾ ਹੋਣਾ, ਸੌਣ ਦੇ ਮਹੀਨੇ ਵਿੱਚ ਜਦੋਂ ਉਸ ਮਹੀਨੇ ਪੁੰਨਿਆ ਭਾਵ ਪੂਰਨਮਾਸ਼ੀ ਦੀ ਰਾਤ ਹੋਣੀ ਹੈ, ਇਹ ਬਾਦਸ਼ਾਹ ਸਲਾਮਤ ਰਾਜਨ ਤੁਹਾਡੇ ਨਾਲ ਕੋਈ ਜ਼ਹਿਰ ਵਾਲੀ ਚੀਜ਼ ਲੜਨੀ ਹੈ, ਉਹਦੇ ਨਾਲ ਤੁਹਾਡੀ ਮੌਤ ਹੋ ਜਾਣੀ। ਕਿਸੇ ਜ਼ਹਿਰ ਵਾਲੀ ਚੀਜ਼ ਨੇ ਤੁਹਾਨੂੰ ਡੰਗ ਮਾਰਨਾ, ਉਹ ਜ਼ਹਿਰ ਇੰਨੀ ਤੇਜ਼ ਹੋਏਗੀ ਤੁਹਾਡੀ ਮੌਤ ਹੋ ਜਾਏਗੀ। ਕਹਿੰਦਾ ਕੋਈ ਗੱਲ ਨਹੀਂ, ਹੁਣ ਮੈਂ ਆਪੇ ਇਲਾਜ ਕਰ ਲਾਂਗਾ। 20 ਸਾਲਾਂ ਤੋਂ ਉਹਨੇ ਧਿਆਨ ਵਿੱਚ ਰੱਖਿਆ। ਤਾਂ ਕਹਿੰਦੇ ਉਹਨੇ ਰਾਜੇ ਨੇ ਇੱਕ ਕਮਰਾ ਬਣਾਉਣਾ ਸ਼ੁਰੂ ਕਰਤਾ। ਉਸ ਕਮਰੇ ਦੇ ਨਾਲ ਲੋਹੇ ਦੀਆਂ ਚਾਦਰਾਂ ਲਾਤੀਆਂ, ਕਿਉਂਕਿ ਜੇ ਕੋਈ ਆਮ ਕੰਧ ਹੋਏਗੀ ਲੱਕੜ ਦੀ, ਮਿੱਟੀ ਦੀ, ਇੱਟਾਂ ਦੀ, ਉਹਦੇ ਵਿੱਚ ਕੋਈ ਛੇਕ ਕੱਢ ਕੇ ਕੀੜਾ ਕੰਡਾ ਕੋਈ ਸੱਪ ਆ ਸਕਦਾ। ਰਾਜੇ ਨੇ ਕਿਹਾ ਲੋਹੇ ਦੀਆਂ ਚਾਦਰਾਂ ਖੜੀਆਂ ਕਰ ਦਿਓ, ਲੋਹੇ ਦਾ ਕਿਲਾ ਬਣਾ ਦਿਓ। ਉਹ ਕਮਰਾ ਪੂਰਾ ਲੋਹੇ ਦਾ ਤਿਆਰ ਕੀਤਾ, ਨਾ ਲੋਹੇ ਵਿੱਚ ਕੋਈ ਜੀਵ ਜੰਤੂ ਛੇਕ ਕਰੇ, ਨਾ ਰਾਜੇ ਦੇ ਕੋਈ ਸੱਪ ਕੀੜਾ ਲੜੇ, ਨਾ ਉਹਦੀ ਮੌਤ ਹੋਵੇ। ਉਸ ਬਲਸ਼ਾਲੀ ਰਾਜੇ ਨੇ ਪੂਰਾ ਪੁਖਤਾ ਪ੍ਰਬੰਧ ਕੀਤਾ, ਕਮਰਾ ਤਿਆਰ ਕਰ ਲਿਆ। ਤਾਂ ਕਹਿੰਦੇ ਜਦੋਂ 20 ਸਾਲ ਗੁਜ਼ਰ ਗਏ, ਉਹਨੂੰ 20 ਸਾਲ ਚਿੰਤਾ ਰਹੀ ਆਪਣੀ ਮੌਤ ਦੀ। ਜਦੋਂ 20ਵਾਂ ਸਾਲ ਆਇਆ, ਸੌਣ ਦਾ ਮਹੀਨਾ, ਪੁੰਨਿਆਂ ਦਾ ਦਿਨ ਚੜ੍ਹਿਆ, ਤਾਂ ਬਹੁਤ ਚਿੰਤਾ ਵਿੱਚ, ਪਰੇਸ਼ਾਨੀ ਵਿੱਚ। ਉਹਦੇ ਅੱਗੇ ਭੋਜਨ ਪ੍ਰਸ਼ਾਦੇ ਰੱਖੇ, ਪਰ ਉਹਨੂੰ ਭੁੱਖ ਨਹੀਂ, ਕਿਉਂਕਿ ਚਿੰਤਾ ਵਿੱਚ ਨੀਂਦ ਵੀ ਚਲ ਜਾਂਦੀ, ਭੁੱਖ ਵੀ ਜਾਂਦੀ ਰਹਿੰਦੀ ਹੈ। ਚਿੰਤਾ ਵਿੱਚ ਨਾ ਨੀਂਦ ਆਉਂਦੀ ਹੈ ਨਾ ਭੁੱਖ। ਰਾਜਾ ਕੁਝ ਵੀ ਨਾ ਛਕੇ। ਉਹਨੇ ਆਪਣੇ ਸਭ ਸੈਨਿਕ ਸਿਪਾਹੀ ਬੁਲਾ ਲਏ, ਆਪਣੇ ਕਿਲੇ, ਘਰ, ਕਮਰੇ ਦੇ ਆਲੇ ਦੁਆਲੇ ਸਾਰੀ ਫੌਜ ਲਾ ਦਿੱਤੀ। ਕੋਈ ਅੰਦਰ ਹਵਾ ਦਾ ਬੁੱਲਾ ਵੀ ਨਾ ਆਵੇ। ਮੈਂ ਅੱਜ ਮਰਨਾ ਨਹੀਂ ਚਾਹੁੰਦਾ, ਅਮਰ ਹੋਣਾ। ਰਾਜੇ ਦਾ ਉਹ ਕਮਰਾ ਲੋਹੇ ਦੀਆਂ ਚਾਦਰਾਂ ਨਾਲ ਚੰਗੀ ਤਰ੍ਹਾਂ ਉਹਨਾਂ ਬਿਲਡ ਕਰ ਦਿੱਤਾ। ਕਹਿੰਦੇ ਰਾਜਾ ਉਸ ਕਮਰੇ ਵਿੱਚ ਬੈਠਾ ਹੈ, ਮੌਤ ਦੀ ਚਿੰਤਾ ਹੈ। ਰਾਤ ਪੈ ਗਈ, ਚਿੰਤਾ ਵਧਣ ਲੱਗ ਪਈ, ਕਿਉਂਕਿ ਜੋਤਸ਼ੀ ਨੇ ਕਿਹਾ ਕਿ ਪੁੰਨਿਆਂ ਦੀ ਰਾਤ ਨੂੰ ਤੇਰੇ ਕੋਈ ਜ਼ਹਿਰ ਵਾਲੀ ਚੀਜ਼ ਲੜ ਜਾਏ। ਉਹਨੇ ਬੜੇ ਪੁਖਤਾ ਪ੍ਰਬੰਧ ਕੀਤੇ। ਸਾਰੀ ਰਾਤ ਜਾਗਦਿਆਂ ਲੰਘ ਗਈ, ਉਹਨੂੰ ਨੀਂਦ ਨਹੀਂ। ਜਦੋਂ ਅੰਮ੍ਰਿਤ ਵੇਲਾ ਹੋਇਆ, ਪੂਰਨਮਾਸ਼ੀ ਦੀ ਰਾਤ, ਇਦਾਂ ਦੀ ਰਾਤ ਹੈ ਤੁਸੀਂ ਵੇਖਿਓ ਕਦੇ, ਇੱਕ ਪਾਸੇ ਸਵੇਰੇ ਉੱਠ ਕੇ ਵੇਖਣਾ ਤਾਂ ਚੰਦਰਮਾ ਪੂਰਾ ਤੁਹਾਨੂੰ ਖੜਾ ਨਜ਼ਰ ਆਏਗਾ, ਦੂਜੇ ਪਾਸੇ ਸੂਰਜ ਚੜ੍ਹਨ ਲੱਗ ਪੈਂਦਾ। ਪੂਰਨਮਾਸ਼ੀ ਦੀ ਰਾਤ ਸੂਰਜ ਤੇ ਚੰਦਰਮਾ ਦੋਵੇਂ ਧਰਤੀਆਂ ਇੱਕ ਦੂਜੇ ਦੇ ਸਾਹਮਣੇ ਹੁੰਦੀਆਂ। ਇੱਧਰ ਪੂਰਾ ਸੂਰਜ ਚੜਿਆ ਹੋਏਗਾ, ਦੂਜੇ ਪਾਸੇ ਚੰਦਰਮਾ ਪੂਰਾ ਦਿਸੇ। ਤਾਂ ਕਹਿੰਦੇ ਸਵੇਰੇ ਅੰਮ੍ਰਿਤ ਵੇਲਾ ਹੋਇਆ, ਮਹਿਲਾਂ ਵਿੱਚ ਚਹਿਲ ਪਹਿਲ, ਰੌਲਾ ਪੈਣਾ ਸ਼ੁਰੂ ਹੋ ਗਿਆ। ਰਾਜਾ ਮੌਤ ਨੂੰ ਜਿੱਤ ਗਿਆ। ਰਾਜੇ ਦੇ ਕੋਈ ਕੀੜਾ ਕੰਡਾ ਨਹੀਂ ਲੜਿਆ, ਉਹ ਰਾਜੇ ਦੇ ਕੋਈ ਸੱਪ ਨਹੀਂ ਲੜਿਆ। ਰਾਜਾ ਮੌਤ ਨੂੰ ਜਿੱਤ ਗਿਆ, ਅਮਰ ਹੋ ਗਿਆ। ਥੋੜਾ ਥੋੜਾ ਰੌਲਾ ਸਿਪਾਹੀਆਂ 'ਚ ਪੈਣਾ ਸ਼ੁਰੂ ਹੋ ਗਿਆ। ਰਾਜੇ ਦਾ ਗੁਰੂ ਜਿਹੜਾ ਪੁਰੋਹਿਤ ਉਹਨੇ ਵਿੱਚ ਮਹਿਲ ਦੇ ਰੱਖਿਆ ਸੀ, ਸਵਖਤੇ ਉੱਠ ਕੇ ਉਹਨੇ ਪਹਿਲਾਂ ਖਬਰ ਲਈ ਵੀ ਰਾਜੇ ਦਾ ਕੀ ਬਣਿਆ। ਦੱਸਣ ਵਾਲਿਆਂ ਕਿਹਾ ਜੀ ਉਹ ਤੇ ਰਾਤ ਲੰਘ ਗਈ ਹੈ, ਬਸ ਥੋੜੇ ਪਲਾਂ ਦੀ ਰਾਤ ਬਾਕੀ ਹੈ। ਜਿਵੇਂ ਸਵੇਰੇ 6 ਵਜੇ ਪਹਿਰ ਮੁੱਕਣਾ, ਦਿਨ ਸ਼ੁਰੂ ਹੋ ਜਾਣਾ, ਰਾਜੇ ਨੇ ਅਮਰ ਹੋ ਜਾਣਾ।
ਉਹ ਮੌਤ ਨੂੰ ਜਿੱਤ ਗਿਆ। ਜੋਤਸ਼ੀ ਦੀ ਜਿਹੜੀ ਭਵਿੱਖਬਾਣੀ ਉਹ ਗਲਤ ਹੋ ਗਈ। ਪੁਰੋਹਿਤ ਗੁਰੂ ਉਹਨੇ ਕਿਹਾ ਵੀ ਰਾਜੇ ਨੂੰ ਵਧਾਈ ਦੇਣੀ ਚਾਹੀਦੀ ਹੈ, ਜਾ ਕੇ ਤੂੰ ਦੁਨੀਆ ਦਾ ਪਹਿਲਾ ਬਾਦਸ਼ਾਹ ਜਿਹੜਾ ਅਮਰ ਹੋਇਆ, ਜਿਹਨੇ ਆਪਣੀ ਇੰਨੀ ਸਿਕਿਉਰਿਟੀ, ਆਪਣੀ ਇੰਨੀ ਹਿਫਾਜ਼ਤ ਪੁਖਤਾ ਪ੍ਰਬੰਧ ਕਰ ਲੈ ਕਿ ਤੇਰੇ ਕੋਈ ਚੀਜ਼ ਲੜ ਨਹੀਂ ਸਕੀ। ਉਹ ਪੁਰੋਹਿਤ ਗੁਰੂ ਨੇ ਕਿਹਾ ਜਾ ਕੇ ਵਧਾਈ ਦੇਵਾਂ। ਵਧਾਈ ਦੇਣ ਰਾਜੇ ਦੇ ਮਹਿਲ ਵੱਲ ਤੁਰ ਪਿਆ ਤੇ ਉਹਦੇ ਮਨ 'ਚ ਖਿਆਲ ਆਇਆ, ਖਾਲੀ ਹੱਥ ਵਧਾਈ ਨਹੀਂ ਦੇਣੀ ਚਾਹੀਦੀ, ਵਧਾਈ ਦੇਈਦੀ ਹੈ ਕੁਝ ਨਾ ਕੁਝ ਕੋਲ ਗਿਫਟ ਕੋਈ ਚਾਹੀਦੀ ਸੌਗਾਤ। ਕਹਿੰਦੇ ਪੁਰੋਹਿਤ ਗੁਰੂ ਦੇ ਮਨ 'ਚ ਆਇਆ ਕੀ ਦਵਾਂ ਉਹਨੂੰ ਸਵੇਰੇ ਸਵੇਰੇ। ਸਾਹਮਣੇ ਨਜ਼ਰ ਪਈ ਬਹੁਤ ਵੱਡਾ ਫੁੱਲਾਂ ਦਾ ਬਗੀਚਾ ਜਿਹੜਾ ਰਾਜੇ ਦਾ ਲੱਗਿਆ ਹੋਇਆ। ਕਹਿੰਦੇ ਉਹ ਬਗੀਚੇ ਵਿੱਚ ਚਲਾ ਗਿਆ, ਉਹਨੇ ਸੋਹਣੇ ਸੋਹਣੇ ਵੱਡੇ ਵੱਡੇ ਫੁੱਲ ਤੋੜੇ, ਇੱਕ ਗੁਲਦਸਤਾ ਬਣਾਇਆ ਤੇ ਉਹ ਗੁਲਦਸਤਾ ਬਣਾ ਕੇ ਪੁਰੋਹਿਤ ਗੁਰੂ ਆਪਣੇ ਸੇਵਾਦਾਰ ਨੂੰ ਲੈ ਕੇ ਸਿੱਧਾ ਰਾਜੇ ਦੇ ਮਹਿਲਾਂ ਵਿੱਚ। ਉਹਨੂੰ ਕਿਹਨੇ ਰੋਕਣਾ ਸੀ, ਉਹ ਤਾਂ ਉਹਦਾ ਪੁਰੋਹਿਤ ਗੁਰੂ ਸੀ। ਰਾਜੇ ਨੂੰ ਜਾ ਕੇ ਨਮਸਕਾਰ ਕਰਕੇ ਕਹਿੰਦਾ, ਬਾਦਸ਼ਾਹ ਸਲਾਮਤ, ਤੁਸੀਂ ਦੁਨੀਆ ਦੇ ਅਮਰ ਬਾਦਸ਼ਾਹ ਹੋ। ਰਾਤ ਲੰਘ ਗਈ ਹੈ, 1 ਘੜੀ 24 ਮਿੰਟ ਰਾਤ ਹੋਰ ਬਾਕੀ ਹੈ, 6 ਵੱਜਣਗੇ, ਪਹਿਰ ਬਦਲ ਜਾਏਗਾ, ਤੁਸੀਂ ਦੁਨੀਆ ਦੇ ਅਮਰ ਬਾਦਸ਼ਾਹ ਹੋ ਜਾਓਗੇ, ਮੌਤ ਨੂੰ ਜਿੱਤਣ ਵਾਲਾ ਪਹਿਲਾ ਰਾਜਾ ਹੋਏਗਾ। ਰਾਜੇ ਦੇ ਚਿਹਰੇ ਤੋਂ ਉਦਾਸੀ ਘਟ ਗਈ, ਬੜਾ ਖੁਸ਼ ਹੋਣ ਲੱਗਾ, ਅੱਛਾ ਮੈਂ ਮੌਤ ਨੂੰ ਜਿੱਤ ਗਿਆ। ਪੁਰੋਹਿਤ ਗੁਰੂ ਨੇ ਵਧਾਈ ਦੇ ਕੇ ਕਿਹਾ, ਵਧਾਈ ਹੋਵੇ। ਗੁਲਦਸਤਾ ਫੁੱਲਾਂ ਦਾ ਦਿੱਤਾ। ਕਹਿੰਦੇ ਉਸ ਰਾਜੇ ਨੇ ਉਹ ਫੁੱਲਾਂ ਦੀ ਖੁਸ਼ਬੂ ਸੁੰਘਦਿਆਂ ਸੁੰਘਦਿਆਂ ਆਪਣੇ ਨੱਕ ਨਾਲ ਫੁੱਲ ਲਾਇਆ। ਬਸ ਫਿਰ ਉਸੇ ਫੁੱਲ ਵਿੱਚ ਇੱਕ ਨਿੱਕਾ ਜਿਹਾ ਕੀੜਾ ਸੀ ਜਿਹਨੂੰ ਤਸ਼ਕ ਨਾਗ ਕਹਿੰਦੇ। ਉਹਨੇ ਡੰਗ ਮਾਰਿਆ, ਕਈ ਸੱਪਾਂ ਜਿੰਨੀ ਜ਼ਹਿਰ ਹੁੰਦੀ ਉਹਦੇ ਵਿੱਚ, ਇੱਕਦਮ ਦਿਮਾਗ ਨੂੰ ਜ਼ਹਿਰ ਚੜੀ, ਰਾਜੇ ਦੀ ਮੌਤ ਹੋ ਗਈ। ਰੌਲਾ ਪੈ ਗਿਆ, ਹਾਹਾਕਾਰ ਮਚ ਗਈ। ਰਾਜੇ ਨੇ ਕੀ ਲੜ ਗਿਆ, ਵੇਖਿਆ ਤਾਂ ਉਹ ਫੁੱਲਾਂ ਵਿੱਚੋਂ ਤਸ਼ਕ ਨਾਗ ਲੜਿਆ। ਇੰਨਾ ਬਰੀਕ ਨਾਗ ਜਿਹੜਾ ਉੜਨਾ ਹੁੰਦਾ, ਉਹ ਉੜ ਕੇ ਕਈ ਵਾਰ ਮੱਥੇ ਤੇ ਵੀ ਡੰਗ ਮਾਰਦਾ, ਬਹੁਤ ਜ਼ਹਿਰੀਲਾ। ਕਹਿੰਦੇ ਰੌਲਾ ਪੈ ਗਿਆ। ਵੈਦ ਆਪਣੀ ਘੋਟੀ ਹੋਈ ਦਵਾਈ ਦੇ ਰਹੇ ਸਨ, ਪਰ ਵੇਖਦਿਆਂ ਵੇਖਦਿਆਂ ਰਾਜੇ ਦੀ ਮੌਤ ਹੋ ਗਈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਣੀ ਅੰਦਰ ਬਚਨ ਲਿਖਿਆ, ਕਹਿੰਦੇ ਭਾਈ ਐਡੇ ਵੱਡੇ ਵੱਡੇ ਰਾਜੇ ਨਹੀਂ ਬਚ ਸਕੇ, ਤੂੰ ਕਿਵੇਂ ਬਚ ਸਕਦਾ? ਤੈਨੂੰ ਤੇ ਪਤਾ ਹੀ ਨਹੀਂ ਮੌਤ ਕਦੋਂ ਕਿੱਥੇ ਹੋਣੀ। ਐਡੇ ਵੱਡੇ ਰਾਜੇ ਪੁਖਤਾ ਪ੍ਰਬੰਧ ਕਰਕੇ ਮੌਤ ਨੂੰ ਜਿੱਤ ਨਹੀਂ ਸਕੇ। ਤਾਂ ਹਜ਼ੂਰ ਨੇ ਬਚਨ ਕਹੇ, ਬਹੁ ਯਤਨ ਕਰਤਾ ਬਲਵੰਤ ਕਾਰੀ, ਸੇਵੰਤ ਸੂਰਾ ਚਤੁਰਦਿਸੈ। ਕਹਿੰਦੇ ਚਾਰੇ ਪਾਸੇ ਉਹਨੇ ਸਿਪਾਹੀ ਲਾ ਲਏ ਆਪਣੇ, ਬਹੁਤ ਚਤੁਰ, ਚਾਰੇ ਪਾਸੇ ਉਹਨੇ ਆਪਣੀ ਫੌਜ ਲਾ ਲਈ। ਇੰਨਾ ਬਲਸ਼ਾਲੀ ਰਾਜਾ। ਬਹੁ ਯਤਨ ਕਰਤਾ ਬਲਵੰਤ ਕਾਰੀ, ਸੇਵੰਤ ਸੂਰਾ ਚਤੁਰਦਿਸੈ। ਕਹਿੰਦੇ ਪਰ ਰੱਬ ਦਾ ਹੁਕਮ ਵੇਖੋ, ਹੋਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਟੀ ਸਾਸ ਅਕਰਖਤ। ਕਹਿੰਦੇ ਰੱਬ ਦਾ ਹੁਕਮ ਹੋਇਆ, ਨਿੱਕਾ ਜਿਹਾ ਕੀੜਾ ਵੀ ਉਹਦੀ ਮੌਤ ਦਾ ਕਾਰਨ ਬਣ ਗਿਆ। ਹਿੰਦੁਸਤਾਨ ਦੀ ਹਿਸਟਰੀ ਪੜ੍ਹ ਕੇ ਵੇਖੋ, ਜਿਹਨੂੰ ਸਿਕੰਦਰ ਕਹਿੰਦੇ ਨੇ, ਅਲੈਗਜ਼ੈਂਡਰ, ਉਹਨੇ ਪੂਰੀ ਦੁਨੀਆ ਨੂੰ ਜਿੱਤਣ ਦਾ ਸੁਪਨਾ ਲਿਆ, ਬੜੀਆਂ ਜੰਗਾਂ ਲੜੀਆਂ, ਉਹਦੇ ਚ ਰੀਟ ਤੱਕ ਨਹੀਂ ਆਈ। ਪਰ ਜਦੋਂ ਹਿੰਦੁਸਤਾਨ ਨੂੰ ਜਿੱਤ ਕੇ ਉਹ ਵਾਪਸ ਯੂਨਾਨ ਜਾ ਰਿਹਾ ਸੀ, ਰਸਤੇ ਵਿੱਚ ਉਹਦੇ ਮੱਛਰ ਲੜਿਆ, ਮਲੇਰੀਆ ਨਾਲ ਉਹਦੀ ਮੌਤ ਹੋ ਗਈ। ਵੱਡੇ ਵੱਡੇ ਪਹਿਲਵਾਨ ਮੱਛਰ ਲੜ ਕੇ ਡੇਂਗੂ ਨਾਲ ਮਰ ਜਾਂਦੇ। ਇਹ ਰੱਬ ਦਾ ਹੁਕਮ ਹੈ। ਐਡੇ ਤਾਕਤਵਰ ਬੰਦੇ ਨਿੱਕੇ ਜਿਹੇ ਮੱਛਰ ਉਹਦੀ ਮੌਤ ਦਾ ਕਾਰਨ ਬਣ ਜਾਂਦਾ ਹੈ। ਹਜ਼ੂਰ ਨੇ ਕਿਹਾ, ਹੋਵੰਤ ਆਗਿਆ ਭਗਵਾਨ ਪੁਰਖ ਹੈ। ਰੱਬ ਦੀ ਆਗਿਆ ਹੋਵੇ ਤਾਂ ਨਾਨਕ ਕੀਟੀ ਸਾਸ ਕਰਖਤ ਹੈ। ਨਿੱਕਾ ਜਿਹਾ ਕੀੜਾ ਵੀ ਸਾਹ ਖਿੱਚ ਲੈਂਦਾ, ਨਿੱਕਾ ਜਿਹਾ ਕੀੜਾ ਵੀ ਮੌਤ ਦਾ ਕਾਰਨ ਹੋ ਜਾਂਦਾ। ਇੱਕ ਨਾਲ ਸ਼ਲੋਕ ਹੋਰ ਲਿਖਿਆ, ਉਹਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਇੱਕ ਕਰਾਮਾਤ ਹੋਰ ਹੈ ਦੁਨੀਆ ਦੇ ਲੋਕੋ, ਜੇ ਰੱਬ ਰੱਖਣ ਤੇ ਆ ਜਾਏ, ਭਾਵੇਂ ਚਾਰੇ ਪਾਸਿਓਂ ਮੌਤ ਘੇਰ ਲਵੇ, ਬੰਦੇ ਦਾ ਵਾਲ ਬਿੰਗਾ ਨਹੀਂ ਹੁੰਦਾ। ਜੇ ਰੱਬ ਰੱਖਣ ਤੇ ਆ ਜਾਏ, ਜੇ ਰੱਬ ਬਚਾਉਣ ਤੇ ਆ ਜਾਏ, ਫਿਰ ਭਾਵੇਂ ਚਾਰੇ ਪਾਸਿਓਂ ਦੁਨੀਆ ਕਹਿ ਦੇ ਇਹ ਬੰਦਾ ਨਹੀਂ ਬਚਦਾ, ਪਰ ਰੱਬ ਰੱਖਣ ਤੇ ਆ ਜਾਏ, ਉਹਦਾ ਵਾਲ ਬਿੰਗਾ ਨਹੀਂ ਹੁੰਦਾ, ਉਹ ਬਲਦੀ ਹੋਈ ਅੱਗ ਚੋਂ ਬਚਾ ਲੈਂਦਾ। ਮੈਂ ਇਦਾਂ ਦੇ ਐਕਸੀਡੈਂਟ ਵੇਖੇ ਨੇ ਸਾਧ ਸੰਗਤ, ਕਾਰਾਂ ਟੁੱਟੀਆਂ ਵੇਖ ਕੇ ਲੋਕ ਕਹਿੰਦੇ ਬੰਦੇ ਹੋਏ ਨਹੀਂ ਸਕਦਾ ਬਚੇ ਹੋਣ, ਪਰ ਉਹਨਾਂ ਨੂੰ ਝਰੀਟ ਤੱਕ ਨਹੀਂ ਆਈ।
ਇਹ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ। ਜਦੋਂ ਰੱਬ ਰੱਖਣ ਤੇ ਆਉਂਦਾ, ਉੱਥੇ ਪਾਤਸ਼ਾਹ ਨੇ ਨਾਲ ਸ਼ਲੋਕ ਲਿਖਿਆ, ਕਹਿੰਦੇ ਇੱਕ ਸ਼ਿਕਾਰੀ ਨੇ ਹਿਰਨ ਨੂੰ ਆ ਕੇ ਘੇਰਾ ਪਾ ਲਿਆ। ਹਿਰਨ ਸੁੱਤਾ ਪਿਆ ਤੇ ਉਹਨੇ 4 ਛਪੇਰੇ ਘੇਰਾ ਪਾ ਲਿਆ। ਆਪਣੇ ਬੰਦਿਆਂ ਨੂੰ ਕਿਹਾ ਜਾਲ ਤਾਣ ਦਿਓ। 2 ਸ਼ਿਕਾਰੀ ਕੁੱਤੇ ਖੜੇ ਕਰਕੇ ਬੰਦਿਆਂ ਨੂੰ ਪਟੇ ਪਕੜਾ ਦਿੱਤੇ। ਜਦੋਂ ਹਿਰਨ ਭੱਜਿਆ, ਕੁੱਤੇ ਛੱਡ ਦਿੱਤੇ। ਕਹਿੰਦੇ ਸਾਹਮਣੇ ਬੰਦੂਕ ਦੀ ਸਿਸਤ ਲੈ ਕੇ ਨਿਸ਼ਾਨਾ ਲਾ ਕੇ ਆਪ ਖੜ ਗਿਆ। ਜਦੋਂ ਇੱਕ ਚੌਥਾ ਪਾਸਾ ਖਾਲੀ ਰਹਿ ਗਿਆ, ਉਧਰ ਉਹਨੇ ਆਪਣੇ ਬੰਦੇ ਨੂੰ ਕਿਹਾ ਅੱਗ ਲਾ ਦੇ। ਉਹਨੇ ਜਦੋਂ ਝਾੜੀਆਂ ਵਿੱਚ ਅੱਗ ਲਾਈ, ਹਿਰਨ ਦੀ ਜਾਗ ਖੁੱਲੀ। ਹਿਰਨ ਨੇ ਵੇਖਿਆ ਚਾਰੇ ਪਾਸੇ ਮੌਤ ਹੈ। ਅੱਗ ਤੋਂ ਡਰਦਾ ਹਿਰਨ ਅੱਗ ਵੱਲ ਨਹੀਂ ਜਾਏ। ਸੱਜੇ ਪਾਸੇ ਜਾਏ ਤੇ ਸ਼ਿਕਾਰੀ ਕੁੱਤੇ ਉਹਨੂੰ ਮਾਰ ਦੇਣਗੇ। ਸਾਹਮਣੇ ਭੱਜੇ ਤੇ ਸ਼ਿਕਾਰੀ ਨੇ ਖੁਦ ਗੋਲੀ ਮਾਰ ਦੇਣੀ ਹੈ। ਖੱਬੇ ਪਾਸੇ ਜਾਏ ਤੇ ਜਾਲ ਤਣਿਆ ਹੋਇਆ। ਹੁਣ ਸ਼ਿਕਾਰੀ ਉਹ ਤਾਣ ਲਾ ਕੇ ਖੜਾ, ਮੈਂ ਹਿਰਨ ਨੂੰ ਮਾਰ ਦੇਣਾ ਜਾਂ ਹਿਰਨ ਨੂੰ ਜਿਉਂਦਾ ਪਕੜ ਲੈਣਾ। ਹਿਰਨ ਨੇ ਸਮਰਪਣ ਕਰ ਦਿੱਤਾ। ਚਾਰੇ ਪਾਸੇ ਮੌਤ ਹੈ, ਤਾਂ ਬਚਣ ਦਾ ਤਾਂ ਕੋਈ ਤਰੀਕਾ ਹੀ ਨਹੀਂ। ਕਹਿੰਦੇ ਰੱਬ ਦੀ ਆਗਿਆ ਕੋਈ ਹੋਰ ਹੀ ਹੋ ਗਈ, ਪਰਮਾਤਮਾ ਦਾ ਹੁਕਮ ਕੋਈ ਹੋਰ ਹੋ ਗਿਆ। 4 ਛਪੇਰੇ ਇੱਕ ਘੜੀ ਪਹਿਲਾਂ ਮੌਤ ਸੀ, ਥੋੜੇ ਮਿੰਟਾਂ ਵਿੱਚ ਹੀ ਵੇਖਿਆ ਚਾਰੇ ਪਾਸੇ ਖਾਲੀ ਹੋ ਗਏ। ਹਿਰਨ ਦਾ ਵਾਲ ਵਿੰਗਾ ਵੀ ਨਹੀਂ ਹੋਇਆ। ਕਹਿੰਦੇ ਜਿੱਥੇ ਸ਼ਿਕਾਰੀ ਸਿਸਤ ਲਾ ਕੇ ਬੰਦੂਕ ਤਾਣ ਕੇ ਖੜੇ, ਸ਼ਿਕਾਰੀ ਦੇ ਮਨ ਵਿੱਚ ਹਿਰਨ ਭੱਜੇ ਤੇ ਮੈਂ ਗੋਲੀ ਚਲਾਵਾਂ, ਪਰ ਇਸ ਤੋਂ ਪਹਿਲਾਂ ਕਿ ਸ਼ਿਕਾਰੀ ਗੋਲੀ ਮਾਰੇ, ਝਾੜੀਆਂ ਵਿੱਚੋਂ ਸੱਪ ਨਿਕਲਿਆ। ਉਹਨੇ ਸ਼ਿਕਾਰੀ ਦੇ ਪੈਰ ਤੇ ਡੰਗ ਮਾਰਿਆ। ਸ਼ਿਕਾਰੀ ਕੰਬਿਆ, ਇੱਕਦਮ ਚੀਸ ਨਿਕਲੀ, ਉਹ ਤੋਂ ਟ੍ਰੈਗਰ ਦੱਬਿਆ ਗਿਆ, ਗੋਲੀ ਚੱਲ ਗਈ, ਪਰ ਨਿਸ਼ਾਨਾ ਉੱਕਿਆ। ਘੁੰਮ ਕੇ ਸਿੱਧਾ ਸ਼ਿਕਾਰੀ ਕੁੱਤਿਆਂ ਚੋਂ ਗੋਲੀ ਲੰਘ ਗਈ। ਸ਼ਿਕਾਰੀ ਦੀ ਆਪਣੀ ਬੰਦੂਕ ਦੀ ਗੋਲੀ ਉਹਦੇ ਆਪਣੇ 2 ਕੁੱਤੇ ਮਰ ਗਏ। ਸੱਪ ਲੜਨ ਨਾਲ ਸ਼ਿਕਾਰੀ ਮਰ ਗਿਆ। ਰੱਬ ਨੇ ਤੇਜ਼ ਹਵਾ ਦਾ ਬੁੱਲਾ ਚਲਾਇਆ, ਜਾਲ ਉੜ ਕੇ ਅੱਗ ਤੇ ਡਿੱਗ ਪਿਆ। ਅੱਗ ਨਾਲ ਜਾਲ ਸੜ ਗਿਆ। ਅਸਮਾਨ ਵਿੱਚੋਂ ਬਰੀਕ ਕਿਣੀਆਂ, ਇੱਕਦਮ ਬੱਦਲ ਡਿੱਗਿਆ। ਕਹਿੰਦੇ ਕਿਣੀਆਂ ਨਾਲ ਅੱਗ ਵੀ ਬੁਝ ਗਈ। ਜਦੋਂ ਹਿਰਨ ਨੇ ਹੁਣ ਅੱਖਾਂ ਖੋਲ ਕੇ ਵੇਖਿਆ, ਵਾਹ ਓਏ ਰੱਬਾ, ਕੁਝ ਮਿੰਟਾਂ ਪਹਿਲਾਂ ਚਾਰੇ ਪਾਸੇ ਮੌਤ ਸੀ, ਕੁਝ ਮਿੰਟਾਂ ਵਿੱਚ ਹੀ ਚਾਰੇ ਪਾਸੇ ਖਾਲੀ ਕਰਤੇ, ਬਾਲ ਵਿੰਗਾ ਵੀ ਨਹੀਂ ਹੋਇਆ। ਜਦੋਂ ਰੱਬ ਰੱਖਣ ਤੇ ਆ ਗਿਆ, ਪਾਤਸ਼ਾਹ ਨੇ ਦੋਵੇਂ ਸ਼ਲੋਕ ਸਹਿਸਕ੍ਰਿਤੀ ਵਿੱਚ ਇਕੱਠੇ ਸ਼ਲੋਕ ਲਿਖੇ। ਹੁਣ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਮ੍ਰਿਗ ਬੱਦਕ ਪ੍ਰਹਰੇਣ ਲਖੈ ਆਵਦੇ, ਮ੍ਰਿਗੀ ਪਖੰਤ ਬੱਦਕ ਪ੍ਰਹਰੇਣ ਲਖੈ ਆਵਦੇ। ਬੱਦਕ ਕਹਿੰਦੇ ਸ਼ਿਕਾਰੀ ਨੂੰ, ਕਹਿੰਦੇ ਹਿਰਨ ਨੂੰ ਸ਼ਿਕਾਰੀ ਨੇ ਘੇਰ ਲਿਆ, ਪਰ ਵੇਖੋ ਰੱਬ ਦਾ ਹੁਕਮ। ਆਹੋ ਜਸੈ ਰਖੇਣ ਗੋਪਾਲੇ, ਨਾਨਕ ਰੋਮ ਨ ਛਿਦ ਤੇ। ਕਹਿੰਦੇ ਰੱਬ ਦਾ ਹੁਕਮ ਹੋਇਆ ਰੱਖਣ ਦਾ, ਰੋਮ ਨ ਛਿਦ ਤੇ ਦਰਦ। ਕਹਿੰਦੇ ਬਾਲ ਵਿੰਗਾ ਵੀ ਨਹੀਂ ਹੋਣ ਦਿੱਤਾ ਰੱਬ ਨੇ। ਇਸ ਲਈ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਮੌਤ ਦੀ ਵਿਚਾਰ ਹੈ। ਬੰਦਿਆਂ ਯਾਦ ਰੱਖ, ਰੱਬ ਰੱਖਣ ਤੇ ਆ ਜਾਏ ਤੇ ਬਾਲ ਵਿੰਗਾ ਨਹੀਂ ਹੋਏਗਾ। ਉਹਦਾ ਹੁਕਮ ਮੌਤ ਦਾ ਹੋ ਜਾਏ ਤਾਂ ਦੁਨੀਆ ਵਿੱਚ ਵੱਡੇ ਵੱਡੇ ਬਲਸ਼ਾਲੀ ਰਾਜੇ ਨਹੀਂ ਬਚੇ। ਇੱਕ ਸ਼ਲੋਕ ਹੋਰ ਸੁਣਾਵਾਂ ਮੈਂ ਤੁਹਾਨੂੰ। ਉਹਦੇ ਵਿੱਚ ਪਾਤਸ਼ਾਹ ਨੇ ਇੰਨੇ ਵੱਡੇ ਵੱਡੇ ਰਾਜੇ, ਰਿਸ਼ੀ, ਮੁਨੀ, ਤਪਸਵੀ, ਅਵਤਾਰੀ ਪੁਰਸ਼ਾਂ ਦਾ ਜ਼ਿਕਰ ਕੀਤਾ। ਪਤਾ ਆਮ ਜਿਹੇ ਇਨਸਾਨ ਜਿਨ੍ਹਾਂ ਦੀ ਬਹੁਤ ਵੱਡੀ ਭਗਤੀ ਸੀ। ਆਪਣਾ ਤਾਂ ਨਿਤਨੇਮ ਵੀ ਸ਼ਾਇਦ ਰੋਜ਼ ਦਾ ਪੂਰਾ ਨਹੀਂ। ਤਾਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਨ ਕਹੇ, ਭਾਈ ਕੌਣ ਹੈ ਜਿਹੜਾ ਧਰਤੀ ਤੇ ਆਇਆ ਤੇ ਕਦੇ ਰੋਇਆ ਨਾ ਹੋਵੇ? ਕਹਿੰਦੇ ਕੋਈ ਬੰਦਾ ਦੱਸੋ ਜਿਹੜਾ ਧਰਤੀ ਤੇ ਆਇਆ, ਉਹਦਾ ਕਦੇ ਘਰ ਪਰਿਵਾਰ, ਪੁੱਤਰ ਧੀਆਂ, ਪਰਿਵਾਰ, ਮਾਂ ਪਿਓ ਦਾ ਵਿਛੋੜਾ ਨਾ ਪਿਆ ਹੋਵੇ ਤੇ ਕਦੇ ਰੋਇਆ ਹੀ ਨਾ ਹੋਵੇ, ਉਹ ਦੱਸੋ। ਕਹਿੰਦੇ ਇਸ ਤਰ੍ਹਾਂ ਦਾ ਕੋਈ ਵੀ ਨਹੀਂ। ਹਜ਼ੂਰ ਨੇ ਕਿਹਾ ਤ੍ਰੇਤੇ ਦੇ ਅੰਦਰ ਰਾਮਚੰਦਰ ਵਰਗੇ ਅਵਤਾਰ ਰੋਏ, ਦੁਆਪਰ ਦੇ ਅੰਦਰ 24 ਘੰਟੇ ਕ੍ਰਿਸ਼ਨ ਪਾਂਡਵਾਂ ਨਾਲ ਰਹਿੰਦੇ, ਪਾਂਡਵ ਜੂਏ ਵਿੱਚ ਹਾਰ ਗਏ, ਉਹ ਸਭ ਕੁਝ ਰੋਏ। ਕਹਿੰਦੇ ਵੱਡੇ ਵੱਡੇ ਦੰਸਰ, 10 ਸਿਰਾਂ ਜਿੰਨਾ ਗਿਆਨ ਰੱਖਣ ਵਰਗੇ, ਰਾਵਣ ਵਰਗੇ ਰੋਏ। ਵੱਡੇ ਵੱਡੇ ਰਿਸ਼ੀ, ਤਪਸਵੀ, ਜਿਨ੍ਹਾਂ ਦੇ ਕੋਲ ਇਹ ਕਰਾਮਾਤ ਸੀ ਕਿ ਮਰਿਆ ਬੰਦਾ ਜਿਉਂਦਾ ਕਰ ਸਕਦੇ, ਪਰਸ਼ੁਰਾਮ ਰਿਸ਼ੀ ਵਰਗੇ ਰੋਏ। ਪਰਸ਼ੁਰਾਮ ਰਿਸ਼ੀ ਵਰਗੇ ਰੋਏ, ਜਿਹਨੂੰ ਹਿੰਦੂ ਭਗਵਾਨ ਪਰਸ਼ੁਰਾਮ ਕਹਿੰਦੇ। ਇੰਦਰ ਵਰਗੇ ਦੇਵਤੇ ਰੋਏ। ਰਾਮਕਲੀ ਰਾਗ ਅੰਦਰ ਪਾਤਸ਼ਾਹ ਨੇ ਬਚਨ ਲਿਖਿਆ, ਕਹਿੰਦੇ ਕੌਣ ਕੌਣ ਨਹੀਂ ਰੋਇਆ? ਸੁਣੋ ਸਹੰਸ ਰਦਾਨ ਦੇ ਇੰਦਰ ਰੋਆਇਆ, ਪਰਸ਼ੁਰਾਮ ਰੋਵੇ ਘਰ ਆਇਆ।
अजय सो रोवे भिखिया खाए, ऐसी दरगाह मिले सजाए। अजय दानी एडा वड्डा राजा, जिन्हों दुनिया कहे दानी राजा जी, अजय सब तो वड्डा दानी राजा, ओनू भिखिया खानी पई। अजय सो रोवे भिखिया खाए, ऐसी दरगाह मिले सजाए। रोवे राम ने काला पया, सीता लक्ष्मण विछड़ गया। महाराज होर कौन कौन रोया? कहंदे रोवे तैंसर लंक गवाए। दसां सिरां जिन्ना ज्ञान सी, मूंह जवानी चारे वेद कंठ कर ले रावण ने। सोने दी लंका बना लई, सोने दे थालां विच भोजन खाण वाला। रोवे तैंसर लंक गवाए, जिन सीता आंदी डोरुवाए। रोवे पांडव भय मजूर, जिनके स्वामी रहत हदूर। रोवे जन्मेजा खोए गया, एक ही कारण पापी भया। रोवे शेख मसायक पीर, अंत काल मत लागे पीड़। महाराज होर कौन रोया? कहंदे रोवे राजे कन्न पड़ाए, घर घर मांगे भिखिया खाए। अंत पता फिर गल कित्थे नवेड़ी? कहंदे सारी दुनिया की गल इत्थे खत्म होनी। होना भाई इत्थे गल खत्म होएगी। सच्चाई असलियत यह है, गुरु नानक साहब महाराज ने बचन कहे, बाली रोवे ना पतार, नानक दुखिया सब संसार। कौन है जिहड़ा इस धरती ते जन्म लिया ते कदे दुखी ना होया होवे, कदे रोया ना होवे। इस धरती उत्ते जिसने भी जन्म लिया ओनू रोना पिया, ओनू जिंदगी विच दुख ते मुश्किल आए, पर साध संगत गुरु दी बाणी, गुरु दे उपदेश नाल जुड़न वाले वड्डी तो वड्डी मुश्किल विच भी स्थिर रहिंदे ने। उन्होंने बहुत वड्डियां मुश्किल आउंदियां ने, वड्डे संकट आउंदे, पर गुरु दा शब्द, गुरु दी बाणी उन्हां दे मन नूं आसरा दिंदी। जिवें आ मणा मूही लोहा बजरी सीमेंट पा के आपां छत्तां बनाउंदे घर, तां इन्ना वजन लोहे दा किने चुक्या होया? आ जिहड़े बीम दित्ते होए, किसे आर्किटेक्ट नूं पुछो, ਉਹ ਵੱਧ ਤੋਂ ਵੱਧ ਵੀਮ ਦਿੰਦਾ ਹੈ, ਫਿਰ ਉਹਦੇ ਉੱਤੇ ਭਾਵੇਂ 4 ਮੰਜ਼ਲਾਂ ਤੁਸੀਂ ਘਰ ਬਣਾ ਲਓ, ਇੰਨਾ ਭਾਰ ਬੀਮ ਨਾਲ ਚੁੱਕ ਹੁੰਦਾ ਹੈ। ਤੇ ਪਾਤਸ਼ਾਹ ਕਹਿੰਦੇ ਭਾਈ ਪਰਿਵਾਰ ਚੋਂ ਕੋਈ ਜੀਵ ਵਿਛੜ ਜਾਏ, ਮਨ ਉੱਤੇ ਬਹੁਤ ਵੱਡਾ ਭਾਰ ਹੈ। ਕਈ ਵਾਰ ਇਦਾਂ ਦੇ ਸਦਮੇ ਹੁੰਦੇ ਜਿਵੇਂ ਪਹਾੜ ਡਿੱਗ ਪਿਆ ਹੋਵੇ ਬੰਦੇ ਤੇ, ਪਰ ਉਹ ਮਨ ਦਾ ਦੁੱਖ ਭਾਰ ਜਿਹੜਾ ਉਹ ਇੱਕੋ ਚੀਜ਼ ਨਾਲ ਚੁੱਕਿਆ ਜਾ ਸਕਦਾ। ਪਾਤਸ਼ਾਹ ਕਹਿੰਦੇ ਜਿਵੇਂ ਬਾਹਰਲਾ ਭਾਰ ਬੀਮ ਚੁੱਕਦਾ, ਏਦਾਂ ਮਨ ਦਾ ਦੁੱਖ ਦਾ ਭਾਰ ਗੁਰੂ ਦਾ ਸ਼ਬਦ ਚੁੱਕ ਸਕਦਾ, ਗੁਰੂ ਦੀ ਬਾਣੀ ਨਾਲ ਚੁੱਕਿਆ ਜਾ ਸਕਦਾ। ਤਾਂ ਮਹਾਰਾਜ ਨੇ ਬਚਨ ਕਹਿ ਬਾਣੀ ਅੰਦਰ, ਜਿਉ ਮੰਦਰ ਕੋ ਥੰਮੇ ਥਮਨ, ਤਿਉ ਗੁਰ ਕਾ ਸ਼ਬਦ ਮਨੇ ਅਸਥਮਨ। ਇੱਕ ਗੁਰਮੁਖ ਪਿਆਰੇ ਅੱਜ ਵੀ ਸਰੀਰ ਕਰਕੇ ਜਿਉਂਦੇ ਨੇ, ਔਰ ਸਿੱਖ ਕੌਮ ਵਿੱਚ ਬਹੁਤ ਵੱਡੀ ਉਹਨਾਂ ਸੇਵਾ ਨਿਭਾਈ। ਸਾਧ ਸੰਗਤ ਉਹਨਾਂ ਦੇ ਪਹਿਲਾਂ 2 ਲੜਕੀਆਂ ਸੀ, ਫਿਰ ਮਹਾਰਾਜ ਨੇ ਕਿਰਪਾ ਕੀਤੀ ਤਾਂ ਬੱਚੀਆਂ ਵੱਡੀਆਂ ਹੋ ਗਈਆਂ। ਥੋੜੀ ਦੇਰ ਨਾਲ ਉਹਨਾਂ ਦੇ ਘਰ ਵਿੱਚ ਪੁੱਤਰ ਹੋਇਆ, ਬਹੁਤ ਖੁਸ਼ੀ ਮਨਾਈ, ਰੱਬ ਦਾ ਸ਼ੁਕਰਾਨਾ ਕੀਤਾ। ਬਾਣੀ ਪੜ੍ਹਨ ਵਾਲੇ ਸੀ। ਜਦੋਂ ਬੱਚਾ 4 ਸਾਲ ਦਾ ਹੋਇਆ, ਇੱਕ ਦਿਨ ਪਰਿਵਾਰ ਵਿੱਚ ਬੈਠਿਆਂ ਬੈਠਿਆਂ ਦੋਵਾਂ ਜੀਆਂ ਦੇ ਮਨ 'ਚ ਖਿਆਲ ਆ ਗਿਆ ਤੇ ਉਹਦੇ ਘਰ ਵਾਲੀ ਨੇ ਕਿਹਾ, ਘਰ ਵਾਲੇ ਨੂੰ ਕਹਿੰਦੀ ਜੀ ਬਹੁਤ ਮਹੀਨੇ ਹੋ ਗਏ ਆਪਾਂ ਦਰਬਾਰ ਸਾਹਿਬ ਨਹੀਂ ਗਏ, ਕਿਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜਾ ਆਈ ਹੈ। ਤਾਂ ਉਹਦੇ ਘਰ ਵਾਲੇ ਗੁਰਮੁਖ ਪਿਆਰੇ ਨੇ ਕਿਹਾ ਕੋਈ ਗੱਲ ਨਹੀਂ ਭਾਗਵਾਨ ਨੇ, ਆਪਾਂ ਕੱਲ ਹੀ ਚੱਲਦੇ ਹਾਂ। ਉਹ ਕਹਿੰਦੇ ਕੱਲ ਤਾਂ ਬੱਚੀਆਂ ਦਾ ਸਕੂਲ ਹੈ। ਉਹ ਕਹਿੰਦੇ ਸਵੇਰ ਦਾ ਸਵਖਤੇ ਪ੍ਰਸ਼ਾਦਾ ਬਣਾ ਦਾਂਗੇ, ਸ਼ਾਮਾਂ ਤੱਕ ਆਪਾਂ ਮੁੜ ਆਉਣੇ, ਦੁਪਹਿਰੇ 2-3 ਵਜੇ ਛੁੱਟੀ ਹੋਣੀ ਹੈ। ਬੱਚੀਆਂ ਜਿਹੜੀਆਂ ਨੇ ਉਹ ਨਾਲ ਸਕੇ ਨੇ, ਤਾਏ ਚਾਚੇ ਉਹਨਾਂ ਦੇ ਰਹਿ ਲੈਣਗੇ। ਆਪਾਂ ਇਦਾਂ ਸਕੀਮ ਬਣਾ ਲਈ ਦੀ ਕਈ ਵਾਰ। ਦੋਵੇਂ ਬੱਚਿਆਂ ਨੂੰ ਸਵੇਰੇ ਬੱਚੀਆਂ ਨੂੰ ਸਕੂਲ ਭੇਜ ਦਿੱਤਾ, ਛੋਟੇ ਬੱਚੇ ਨੂੰ 4 ਸਾਲ ਦੇ ਨੂੰ ਆਪਣੇ ਨਾਲ ਲੈ ਲਿਆ। ਸਵੇਰੇ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਆਉਣ ਲਈ ਲੁਧਿਆਣਿਓਂ ਟ੍ਰੇਨ ਫੜ ਕੇ ਆ ਗਏ।
इत्थे ट्रेन कोई 9:30 10 बजे पहुंचती है। सारा दिन उन्होंने दर्शन किए, बाणी पढ़ी, सेवा की, बच्चे का इशनान कराया, आप इशनान किया। शामां नूं 4 4:30 बजे वापसी ट्रेन है अमृतसर तो दोवां जियां ने घंटा क पहला दरबार साहब तो नमस्कार करके तुरे। हर बंदा किसी यात्रा ते जावे घर बच्चों लिए चीज़ां लैके जांदा है। बाजार विचों कई चीज़ां माइयां खरीदियां ने, वो माई ने खरीद लईयां। उतों ट्रेन पकड़ी, 3 3.5 घंटे का सफ़र करके लुधियाने उतर गए। ते साध संगत वो बच्चे नूं नाल उन्होंने सफ़र विच, बच्चे थक जाते हैं। 4 साल का बच्चा वो थक गया, माई ने उन्होंने मोढे ला लिया। घर वाले सरदार जी ने वो बैग झोला चुक लिया समान वाला। स्टेशन तो बाहर निकल के उन्होंने रक्षा ले लिया। 5 रुपए दे के रक्षा उन्होंने फील्डगंज घर से उत्थे जाना सी। थोड़ा जिहा हनेरा पै गया, रक्षे ते बैठे वो बीबी ने सुत्या हुआ बच्चा नींद विच उहनूं अपनी गोदी च पा लिया। ते सरदार जी वो कपड़ियां दा झोला लिफाफा बैग चुक के रक्षे ते नाल बैठ गए, सहज नाल जा रहे ने। ते साध संगत थोड़ा जिहा हनेरा पिया। सरदार जी ने कहा सिंघणी नूं जदों तक घर पहुंचना पर रहरास दा पाठ कर लेना। दोवें जी पाठ करन लग पए। बाणी पढ़ते दुख दारू सुख रोग पिया, जा सुख ताम न होई, तू करता करना मैं नाही, जाहों करी न होई। इस तरह रहरास का पाठ करदे चल पे। हैरानी की हद ना रही, रब का भाना इदां भी वरत सकदा। पाठ पढ़ रहे ने, रक्षे ते बैठे ने, गोदी विच बच्चा सुता पिया है। ਉਹ ਰਕਸ਼ੇ ਵਾਲੇ ਨੂੰ ਨਜ਼ਰ ਨਾ ਪਿਆ। ਰਸਤੇ ਵਿੱਚ ਇੱਕ ਡੂੰਘਾ ਇੱਕ ਪਾਸੇ ਟੋਆ ਸੀ ਤੇ ਉਧਰਲਾ ਟਾਇਰ ਟੋਏ ਵਿੱਚ ਡਿੱਗਿਆ। ਗੋਦੀ ਵਿੱਚ ਪਿਆ ਬੱਚਾ ਮਾਈ ਦੇ ਹੱਥੋਂ ਖਿਸਕ ਗਿਆ। ਉਹ ਬੱਚਾ ਭੋਏ ਸੜਕ ਤੇ ਡਿੱਗ ਪਿਆ ਤੇ ਨਾਲ ਲੰਘਦਾ ਤੇਜ਼ ਰਫ਼ਤਾਰ ਟਰੱਕ ਉਹਨੇ ਬੱਚਾ ਪੀਸ ਕੇ ਰੱਖ ਦਿੱਤਾ। ਰੌਲਾ ਪੈ ਗਿਆ, ਹਾਹਾਕਾਰ ਮਚ ਗਈ, ਬੱਚਾ ਮੁੱਕ ਗਿਆ ਬਈ। ਉਹਦੇ ਤੋਂ ਟਰੱਕ ਲੰਘ ਗਿਆ, ਟਰੱਕ ਵਾਲਾ ਭੱਜ ਗਿਆ, ਲੋਕ ਇਕੱਠੇ ਹੋਏ। ਜਿਹੜਾ ਬੱਚਾ ਸਾਰਾ ਦਿਨ ਨਾਲ ਸੇਵਾ ਕਰਦਾ ਰਿਹਾ, ਖੇਡਦਾ ਰਿਹਾ, ਸਾਧ ਸੰਗਤ ਹੱਥਾਂ ਨਾਲ ਮਿੱਝ ਹੱਡੀਆਂ ਇਕੱਠੀਆਂ ਕਰਕੇ ਕੱਪੜੇ ਵਿੱਚ ਬੰਨੀਆਂ, ਸੈਂਕੜੇ ਲੋਕ ਇਕੱਠੇ ਹੋ ਗਏ। ਇਹ ਤੇ ਠੀਕ ਹੈ, ਸਦਮਾ ਬਹੁਤ ਵੱਡਾ ਸੀ ਜਦੋਂ ਉਹ ਅੱਖਾਂ ਦੇ ਸਾਹਮਣੇ ਸਭ ਕੁਝ ਇਸ ਤਰ੍ਹਾਂ ਹੋਇਆ। मन तां भरिया विराग विच, अखां तां भरियां, रोए तां जरूर, पर फिर घर वाली नूं हौसला दे के सिंह साहब ने कहा, वो कहंदे भागवान ने गुरु रामदास दा दिता सी, गुरु रामदास दे हुक्म विच चला गया, हुण आपां रो के रोस नहीं करना, चल घर तक जांदियां रह रास दा रहिंदा पाठ पूरा करिए। वाह गुरसिखो, इस तरह दे भी गुरसिख हो सकदे ने। बच्चे नूं मिझ हड्डियां इकट्ठियां करके कोल चुकियां ने, हज़ारां सैकड़े लोग मगर जा रहे सी, उन्हें घर तक जांदियां चौपाई रहरास दा पाठ पूरा किया। अज सतगुर दी बख्शिश है, बच्चियां पढ़ियां लिखियां ने, उन्हां दा नाम भी है। कहण तो भाव इस तरह दे भी भाणे वरत जांदे ने, पर उहनूं फिर किसी ने पुछया सी, असीं भी कई बार पुछदे रहे, सरदार जी एडा वड्डा सबर सिदक तुहानूं? वो कहंदा जे गुरु दी बाणी ना हुंदी असीं शायद कदों दे विजोग विच मर जांदे। जे अज सही सलामत तंदुरुस्त जिउंदे आ तां गुरु दी बाणी दे आसरे नाल जिउणे। साध संगत बाणी मन नूं आसरा दिंदी है। ताइयों पातशाह ने कहा, भाई बह के हुक्म दी विचार करे। अंते सतगुर बोलिया, मैं पिछे कीर्तन करियो निर्वाण जियो। ये तां सानू अज हुक्म कीता होया, क्योंकि कोई बंदा किसी एक नाल हो जाए वो बर्दाश्त ही नहीं कर सकता। ये तो पूरी दुनिया वाल वेख के बंदा जिउंदा। हुण रही गल साध संगत रिश्तियां दी, गुरसिख भाणा भी मन लैंदा है गुरु दी बाणी, क्योंकि रब दे अगे होर कोई चारा ही नहीं है। तुसीं भाणा नहीं मनोगे तो की कर लोगे। गुरु दा सिख बाणी नाल जुड़दा है, भाणे नाल जुड़दा है, पर एक कदे नहीं हो सकता। कई बार कहते ना, नहीं जी वो बाणी पढ़ने वाले गुरसिख वो भी रोन लग पे, ये हो नहीं सकता। जिन्हां दे अंदर विराग है, साध संगत अखां विच विराग उन्हां दे उतरदा ही उतरदा है। ये तां छेवें पातशाह गुरु हरगोबिंद साहब महाराज मीरी पीरी दे मालक पातशाह नूं जन्म देण वाली मां माता गंगा जी, इतिहास विच लिखिया है, माता जी ने हुक्म कीता
ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਵੇਂ ਤੁਹਾਡੇ ਪਿਤਾ ਜੀ ਦਾ ਸਰੀਰ ਜਲ ਪ੍ਰਵਾਹ ਹੋਇਆ ਸੀ ਨਾ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ, ਕਹਿੰਦੇ ਬੇਟਾ ਸਾਡਾ ਸਰੀਰ ਵੀ ਨਾ ਜਲ ਪ੍ਰਵਾਹ ਕਰ ਦਿਓ, ਸੰਸਕਾਰ ਨਾ ਕਰਿਓ। ਕਹਿੰਦੇ ਮਾਤਾ ਜੀ ਸਤ ਬਚਨ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਹੁਕਮ ਮੰਨਿਆ। ਤੁਸੀਂ ਵਿਆਸਾ ਦਰਿਆ ਵੇਖਦੇ ਹੋ ਜਿੱਥੇ ਬਾਬਾ ਬਕਾਲਾ ਸਾਹਿਬ ਹੈ, ਮਾਤਾ ਗੰਗਾ ਜੀ ਨੇ ਸਰੀਰ ਛੱਡਿਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਰਥੀ ਤਿਆਰ ਕੀਤੀ ਔਰ ਫਿਰ ਉਸੇ ਵਿਆਸਾ ਦਰਿਆ ਵਿੱਚ ਸਰੀਰ ਜਲ ਪ੍ਰਵਾਹ ਕਰਨ ਲੱਗੇ। ਕਹਿੰਦੇ ਨੇ ਜਦੋਂ ਅਰਥੀ ਲੈ ਗਏ ਪਾਣੀ ਵਿੱਚ, ਵਿਆਸਾ ਦਰਿਆ ਵਿੱਚ ਸਰੀਰ ਜਲ ਪ੍ਰਵਾਹ ਕਰਨ ਲੱਗੇ, ਗੁਰੂ ਸਿੱਖ ਨਾਲ ਨੇ, ਗੁਰੂ ਦੇ ਸਿੱਖ ਉਹ ਇਸ ਤਰ੍ਹਾਂ ਮਾਤਾ ਜੀ ਦਾ ਸਰੀਰ ਪਕੜ ਕੇ ਥੋੜਾ ਜਿਹਾ ਅੱਗੇ ਡੂੰਘੇ ਪਾਣੀ ਤੱਕ ਲੈ ਕੇ ਗਏ ਤੇ ਜਦੋਂ ਆਪਣੇ ਹੱਥੋਂ ਸਰੀਰ ਛੱਡਣ ਲੱਗੇ ਨਾ ਪਾਣੀ ਦਰਿਆ ਵਿੱਚ, ਤਾਂ ਛੇਵੇਂ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਕਿਹਾ ਇੱਕ ਪਲ ਰੁਕ ਜਾਓ। ਸਭ ਗੁਰਸਿੱਖਾਂ ਨੇ ਮਾਤਾ ਜੀ ਦਾ ਸਰੀਰ ਇਸ ਤਰ੍ਹਾਂ ਡੂੰਘੇ ਪਾਣੀ ਵਿੱਚ ਪਕੜਿਆ ਹੋਇਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇੱਕ ਵਾਰ ਮਾਤਾ ਜੀ ਦੇ ਮੁਖ ਤੋਂ ਕੱਪੜਾ ਲਾਹ ਕੇ ਆਪਣੀ ਮਾਂ ਦਾ ਮੁਖ ਵੇਖਿਆ ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੀ ਮਾਂ ਦਾ ਮਸਤਕ ਚੁੰਮਿਆ, ਫਿਰ ਮਾਂ ਗੰਗਾ ਜੀ ਦੇ ਪੈਰ ਚੁੰਮੇ ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀਆਂ ਅੱਖਾਂ ਵਿੱਚੋਂ ਵੀ ਨੀਰ ਵਹਿ ਤੁਰਿਆ, ਰੋ ਪਏ ਮਹਾਰਾਜ। ਜਦੋਂ ਅਥਰੂ ਆਏ ਫਿਰ ਪਾਤਸ਼ਾਹ ਨੇ ਇਸ ਤਰ੍ਹਾਂ ਅਥਰੂ ਪੁੱਜਦਿਆਂ ਕਿਹਾ, ਗੁਰੂ ਨਾਨਕ ਸਾਹਿਬ ਦਾ ਹੁਕਮ ਹੈ, ਸਤ ਕਰਤਾਰ ਕਹਿ ਕੇ ਤੇਰੇ ਭਾਣੇ ਸਰਦ ਦਾ ਭਲਾ ਸਰੀਰ ਛੱਡ ਦਿੱਤਾ ਪਾਣੀ ਵਿੱਚ। ਤੇ ਸਿੱਖਾਂ ਵਿੱਚ ਚਰਚਾ ਚੱਲ ਪਈ, ਕਹਿੰਦੇ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ, ਉਹ ਤਾਂ ਗੁਰੂ ਨੇ। ਛੇਵੇਂ ਪਾਤਸ਼ਾਹ ਵੀ ਅੱਖਾਂ ਭਰ ਕੇ ਰੋਣ ਲੱਗ ਪਿਆ। ਦਰਿਆ ਦੇ ਕੰਢੇ ਖਲੋਤੀ ਸੰਗਤ ਨੇ ਵੇਖਿਆ ਸਾਰੀ ਨੇ, ਪਾਤਸ਼ਾਹ ਦੀਆਂ ਅੱਖਾਂ ਵਿੱਚ ਅਥਰੂ। ਤਾਂ ਭਾਈ ਗੁਰਦਾਸ ਸਾਹਿਬ ਨੇ ਕਿਹਾ, ਮਹਾਰਾਜ ਸੰਗਤ ਵਿੱਚ ਚਰਚਾ ਚੱਲਦੀ ਹੈ, ਤੁਸੀਂ ਉਦਣ ਮਹਾਰਾਜ ਅੱਖਾਂ ਭਰ ਲਈਆਂ, ਵਿਰਾਗ ਵਿੱਚ ਰੋ ਪਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਫਿਰ ਬਚਨ ਕਹੇ ਸੰਗਤ ਵਿੱਚ, ਕਹਿੰਦੇ ਭਾਈ ਇਹ ਰੋਣਾ, ਅੱਖਾਂ ਵਿੱਚ ਵਿਰਾਗ ਆਉਣਾ, ਮਨ ਭਰ ਕੇ ਵਿਰਾਗ ਵਿੱਚ ਰੋਣਾ, ਕਹਿੰਦੇ ਗੁਰਮਤਿ ਤੋਂ ਬਾਹਰ ਨਹੀਂ ਹੈ। ਗੁਰਮਤਿ ਤੋਂ ਬਾਹਰ ਉਹ ਰੋਣਾ ਪ੍ਰਵਾਨ ਨਹੀਂ। ਜਦੋਂ ਕੋਈ ਰੋ ਕੇ ਰੱਬ ਨੂੰ ਉਲੰਭਾ ਦੇ ਕੇ ਕਹੇ ਰੱਬਾ ਤੂੰ ਮਾੜਾ ਕੀਤਾ, ਉਂਝ ਕਿਸੇ ਦੇ ਜਾਨ ਉੱਤੇ ਅੱਖਾਂ ਵਿੱਚ ਅਥਰੂ ਆਉਣੇ, ਉਹਦੇ ਕੀਤੇ ਕਰਮਾਂ ਨੂੰ ਚੇਤੇ ਕਰਕੇ ਵਿਰਾਗ ਆਉਣਾ, ਇਹ ਗੁਰਮਤਿ ਵਿੱਚ ਪ੍ਰਵਾਨ ਹੈ। ਪਾਤਸ਼ਾਹ ਨੇ ਕਿਹਾ, ਜਦੋਂ ਮੈਂ ਮਾਂ ਜੀ ਦਾ ਸਰੀਰ ਪਾਣੀ ਵਿੱਚ ਜਲ ਪ੍ਰਵਾਹ ਛੱਡਣ ਲੱਗੇ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਮੈਨੂੰ ਯਾਦ ਆ ਗਿਆ, ਇਹ ਮੇਰੀ ਮਾਂ ਮੇਰੇ ਜਨਮ ਵਾਸਤੇ ਨੰਗੇ ਪੈਰੀਂ ਚੱਲ ਕੇ ਗਏ, ਬਾਬੇ ਬੁੱਢੇ ਜੀ ਤੋਂ ਅਰਦਾਸ ਕਰਵਾਈ, ਮੇਰਾ ਜਨਮ ਹੋਇਆ। ਇਸੇ ਮਾਂ ਨੇ ਜਿੱਦਣ ਮੇਰੀ ਉਮਰ 5 ਸਾਲ ਦੀ ਹੋਈ, ਬਾਬਾ ਬੁੱਢਾ ਸਾਹਿਬ ਕੋਲ ਜਾ ਕੇ ਕਿਹਾ, ਬਾਬਾ ਬੁੱਢਾ ਸਾਹਿਬ ਮੇਰੇ ਹਰਗੋਬਿੰਦ ਸਾਹਿਬ ਦੀ ਅਰਦਾਸ ਕਰੋ, ਮੇਰੇ ਹਰਗੋਬਿੰਦ ਨੂੰ ਬਾਣੀ ਪੜ੍ਹਨੀ ਆ ਜਾਏ, ਮੇਰੇ ਹਰਗੋਬਿੰਦ ਨੂੰ ਵਿਦਿਆ ਦਾ ਦਾਨ ਪ੍ਰਾਪਤ ਹੋ ਜਾਏ। ਬਾਬੇ ਬੁੱਢੇ ਕੋਲੋਂ ਕਲਮਾਂ ਕਢਵਾਈਆਂ, ਅਰਦਾਸ ਕਰਵਾਈ, ਮੈਨੂੰ 9 ਸਾਲ ਦੀ ਉਮਰ ਵਿੱਚ ਘੋੜ ਸਵਾਰੀ ਸਿਖਾਈ। ਮੇਰੀ ਮਾਂ ਦੇ ਇੰਨੇ ਪਰਉਪਕਾਰ, ਮੇਰੇ ਬਾਰੇ ਮੇਰੇ ਬੱਚਿਆਂ ਦਾ ਭਲਾ ਮੰਗਣ ਵਾਲੇ। ਤੇ ਸਾਧ ਸੰਗਤ ਇਹ ਇਤਿਹਾਸ ਕਹਿੰਦਾ, ਜਦੋਂ ਛੇਵੇਂ ਪਾਤਸ਼ਾਹ ਦੇ ਘਰ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਨਾ, ਤਾਂ ਮਾਂ ਗੰਗਾ ਬਹੁਤ ਖੁਸ਼ ਹੋਏ। ਛੇਵੇਂ ਪਾਤਸ਼ਾਹ ਕਹਿੰਦੇ, ਮਾਂ ਅੱਜ ਤੁਸੀਂ ਬਹੁਤ ਖੁਸ਼ ਆ, ਕੋਈ ਅਸੀਸ ਦਿਓ। ਮਾਵਾਂ ਦੀ ਅਸੀਸ ਲੱਗਦੀ ਹੈ। ਸਾਧ ਸੰਗਤ ਮਾਂ ਤੇ ਭੈਣ ਸਿਮਰਨ ਵਾਲੇ ਹੋਣ, ਉਹਦੀ ਅਸੀਸ ਲੱਗਦੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਜੇ ਕਿਸੇ ਮਾੜੇ ਬੰਦੇ ਦੀ ਦੁਰਸੀਸ ਲੱਗ ਸਕਦੀ ਹੈ, ਜਪਣ ਵਾਲੇ ਦੀਆਂ ਅਸੀਸਾਂ ਵੀ ਲੱਗਦੀਆਂ ਨੇ, ਮਾਂ ਦੀ ਅਸੀਸ ਲੱਗਦੀ ਹੈ। ਛੇਵੇਂ ਪਾਤਸ਼ਾਹ ਨੇ ਕਿਹਾ, ਅਸੀਸ ਦਿਓ ਕੋਈ। ਤਾਂ ਮਾਂ ਗੰਗਾ ਜੀ ਨੂੰ ਬਚਨ ਕਹਿੰਦੇ, ਜਾਓ ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਘਰ ਨਾ ਪੁੱਤਾਂ ਦੀ ਜੋੜੀ ਹੋ ਜਾਏ। ਤੇ ਮਾਂ ਗੰਗਾ ਦੀ ਇੰਨੀ ਗੱਲ ਸੁਣ ਕੇ ਛੇਵੇਂ ਪਾਤਸ਼ਾਹ ਕਹਿੰਦੇ, ਮਾਂ ਜੀ ਮੈਨੂੰ ਐ ਲੱਗਦਾ ਜਿਵੇਂ ਤੁਸੀਂ ਨਾ ਅਸੀਸ ਬਹੁਤ ਛੋਟੀ ਦਿੱਤੀ ਹੈ, ਕਹਿੰਦੇ ਕੋਈ ਹੋਰ ਅਸੀਸ ਦੇ ਦਿਓ। ਮਾਂ ਗੰਗਾ ਕਹਿੰਦੇ, ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਘਰ ਨਾ 2-2 ਪੁੱਤਾਂ ਦੀਆਂ ਜੋੜੀਆਂ ਬਣ ਜਾਣ। ਛੇਵੇਂ ਪਾਤਸ਼ਾਹ ਕਹਿੰਦੇ, ਮਾਂ
कोई इस तो भी वड्डी असीस दिओ। ते मां गंगा कहने गुरु हरगोबिंद साहब महाराज जाओ गुरु नानक भली करन, तुहाडे घर विच पंच प्रवान पंच प्रधान पंचे पावे दरगह मान, तुहाडे घर पंज प्रवान पुत्र होण, तुहाडे घर पंज पुत्र हो जाण। कहंदे हुण खुश हो। आ सुनियो कि जिंदगी विच गल साडे कम आउण वाली है। छेवें पातशाह ने अपने चोले का पल्ला अगे करके मां गंगा जी नूं हथ जोड़ के कहा, मां तुसीं पंज पुत्रां दी असीस दित्ती है, हुण मेरे घर विच पंज पुत्र होणगे, पर मेरा मन कहंदा है इंज लगदा है जिवें पंज पुत्तां दी असीस लैके भी गुरु हरगोबिंद साहब दी झोली खाली है, मैनूं एक धी दी असीस दिओ, मेरा घर भर जाए। धीआं नाल घर भरदे ने साध संगत। दुनिया विच सच है, अज दे अंकड़े दस रहे ने 98% वो पेरेंट्स सुखी ने जिन्हां नूं रब ने धीआं दित्तियां होईयां ने। 100 विचों 98% वो लोग सुखी ने जिन्हां नूं रब ने धीआं बख्शियां ने। जिन्ने लोग विदेशां विच सैट होए धीआं करके होए ने, पुत्रां करके लोग रोंदे ही वेखे ने। ये नहीं कि पुत्र नहीं चाहिए, पर माफ करियो धीआं पुत्तां नालों भी वध सुख दिंदियां, धीआं पुत्तां नालों भी वध के दुनिया में सुख दिंदियां ने। छेवें पातशाह ने कहा, मां मैनू एक धी दी असीस दिओ, मेरी झोली भर जाए, मैनू पंज पुत्र लेके भी घर खाली लगदा है। मां गंगा ने कहा, जाओ गुरु हरगोबिंद साहब नदर गुरु नानक करन, तुहाडे घर धी भी होवे। इतिहास पढ़ियो, पहला बाबा गुरदित्ता साहब दा जन्म सी, फिर 2 नंबर ते छेवें पातशाह दे घर बीबी वीरो जी का जन्म होया। उस तो बाद फिर 4 पुत्र होए, बाबा अणी राय, बाबा टल राय, बाबा गुरदित्ता जी, बाबा सूरजमल ते धन गुरु तेग बहादुर साहब। कहण तो भाव धीआं नाल घर भरदे ने। साध संगत ये सतगुरु जी ने बख्शिश किरपा कीती है, जिथे पुत्तां दा प्यार बख्शिया उत्थे मां नूं इस माता सुरजीत कौर नूं धीआं दा बड़ा लाड़ ते प्यार बख्शिश कीता। मैं कई बार कथा सुणाउंदा हुंदा, मावां करके धीआं वास्ते पेके ने, ये बड़ा गहरा रिश्ता है। भागां वालियां ने वो धीआं जिन्हां दी ता उम्र 30 40 50 60 70 साल तक मावां रहिंदियां ने। मैनूं माफ करियो, जिन्हां दियां मावां धीआं दे छोटी उम्रे मावां चलियां जांदियां ना, उन्हां दा दुख मैं शब्दां विच बयान नहीं कर सकदा। ये दुनियावी रिश्ता है, प्यो दा अपनी जगह ते रिश्ता है, मां दा अपनी जगह ते रिश्ता है। मैं एक परिवार है अपना, मैं तुहानूं दुख नहीं दस सकदा। 10-11 साल दी वो बच्ची, उहदी मां उहनूं छड्ड के चली गई, तां हुण जदों वो बच्ची दी उम्र 16 साल दी होई, साध संगत उदण पूरा परिवार बैठो, दी दादी भी मौजूद सी, पर मावां तो बगैर धीआं नूं ऐं लगदा मेरा कोई भी नहीं। उदण पूरा परिवार, उहदा प्यो भी ताहां मार के रो पिया। वो कहंदा मेरे घर वाली दे मरण ते उदण दुख इन्ना नहीं होया जिदण अज जिन्ना महसूस होया। साध संगत ये याद रखियो, मावां करके धीआं नूं पेके ने। तुहाडा तजर्बा रहना, भरा भावें बहुत अमीर होण, भरा भावें भैणां नूं बहुत प्यार करन, भरा ते भरजाइयां भावें अपनियां भैणां नूं बड़ा मान सत्कार प्यार करन, पर एक जिंदगी दी सच्चाई है सज्जणों, मां जिउंदी है ते धीआं वास्ते पिके ने। जिदण धीआं पिके जानियां, जे मां जिउंदी बैठी है उहनूं लगदा मेरी मां दा घर है, ओहदी अलमारी खोल के कपड़े तह ला के रखणगियां, बड़े हक अधिकार नाल रसोई विच वड़नगियां, जाके चाह भोजन तैयार करके मां नूं खिलाउणगियां। पर माफ करियो, जिदण मां गुजर जाए धी दा हौसला नहीं पैंदा ड्राइंग रूम च उठ के रसोई विच भी आप वड़ जाए, धी दा हौसला नहीं पैंदा किसी कमरे विच वड़ जाए। उहनूं ऐं लगदा है अज जिवें ओपरा हो गया, भावें लख मान सत्कार होवे, उस दिन तो दा मन कहण लग पैंदा है अज ये पेका तेरा नहीं। साध संगत ये दुनियावी तजर्बा इस तरह रहिंदा है, मां जिउंदी ते सारे कमरियां च धी अधिकार नाल वड़ जांदी उठ के। मां चली जाए उन्होंने महसूस होने लग पैंदा मेरा अधिकार नहीं, किवें मैं भरजाई दे कमरे जावां, किवें रसोई विचों आप चीज़ लै लूं।
सो ये दुनियावी रिश्ते ने, ये रिश्ते सानू प्यार सत्कार सिखाउंदे ने। सतगुरु गुरु ग्रंथ साहिब महाराज कृपा करन, पहला सानू मां प्यो दा सत्कार करना आ जाए, क्योंकि गुरु अर्जन देव महाराज ने कहा सब तो पहला गुरु मां आ। गुरु ग्रंथ साहिब गुरु ने, पर साध संगत गुरु तो भी पहला कोई गुरु है वो मां, जिन्हें सानू जन्म दिता है, जिन्हें सानू पढ़ना बहना उठना सिखाया। गुरदेव माता, गुरदेव पिता, गुरदेव स्वामी परमेश्वरा। पंजाबी का कवि होया प्रोफैसर मोहन सिंह, वो कहना मैं नहीं स्वर्ग वेख्या किते है, पर जे किते स्वर्ग होवेगा तो मां दी ममता तो वड्डा स्वर्ग नहीं हो सकता। मां दी असीस, मां दी ममता तो वड्डा स्वर्ग हो नहीं सकता। मां जिहा घन शामा बूटा मैनू जग ते नजर ना आए, जिस तो लैके छां उधारी रब ने स्वर्ग बनाए। साध संगत ये सच है, होर दुनिया दे कुल फुल बूटे जड़ सुक्किया सुक जावन, ऐ पर फुल्लां दे मुरझाया ये बूटा सुक जाए। मां इदां दा बूटा है, ਉਹਨੂੰ ਤਾਂ ਜੇ ਕਿਸੇ ਪਾਸਿਓਂ ਧੀਆਂ ਦੋਤੀਆਂ ਪੋਤੀਆਂ ਵੱਲੋਂ ਵੀ ਕੋਈ ਮਰ ਜਾ ਦੁੱਖ ਦੀ ਗੱਲ ਹੋਵੇ ਨਾ, ਉਹਦਾ ਵੀ ਮੁਰਝਾ ਕੇ ਬਹਿ ਜਾਂਦੀ ਹੈ। ਸਾਧ ਸੰਗਤ ਮਾਂ ਸਵਰਗ ਤੋਂ ਵੱਡਾ ਸੁੱਖ ਹੈ, ਔਰ ਇਹ ਸੱਚ ਹੈ। ਆਪਾਂ ਮਾਂ ਪਿਓ ਦਾ ਸਤਿਕਾਰ ਕਰੀਏ ਤਾਂ ਸਭ ਕੁਝ ਮਿਲਦਾ ਹੈ। ਮਾਂ ਦੀ ਅਸੀਸ ਲੱਗਦੀ ਹੈ। हजरत मूसा खलीफा होया सलाम दा, परवान खुदा नूं होया, ते जदों खुदा दे घर उन्हें सुरत करके जाना ना, अल्लाह ताला ने कहना हजरत मूसा तेरे वास्ते ना रब खुदा दे घर महल बन रहा, तू परवान हो गया, जन्म जित गया। बड़ी भगती, राज भागदे हुंदे इन्नी भगती, वो जित्या इस्लाम दे। कहने रब दे घर इस तरह खुदा दी वारगाह विच जांदा रहा। एक दिन उन्हें वेख्या जिथे उहदा महल बन रहा ना, उहदे बराबर एक महल रब खुदा होर बना रहा। तो उन्हें खुदा नूं पुछया अल्लाह ताला धरती तो कोई होर भी हजरत मूसा आ रहा, मेरे वर्गी बंदगी भगती वाला कोई होर भी बंदा धरती तो आ रहा, आ तुसीं बराबर एक महल उहदा बना रहे हो। ये समझण वास्ते साध संगत ते कहने अल्लाह ताला ने कहा हाँ आ रहा है। कहने जी कौन है? कहते एक ना कसाईयां दा लड़का आ, वो जदों मर के आना ना उहदे वास्ते ये महल बन रहा, कसाईयां दा लड़का। कहना जी कसाईयां दा लड़का कौन है? उन्हें कहा तेनू पता दस दिन्ने। जदों ने पता दसिया, हजरत मूसे ने जाके वेख्या किन्नी क भगती होएगी, मेरे बराबर इनू रुतबा मिल रहा खुदा दे घर। पर हैरानी दी हद ना रही, वो तां कसाईयां दी दुकान ते खड़ा है, ओदी कोई इबादत कोई भगती नहीं, ओदा घर तां टुटिया जिहा शन गरीब है। ते जदों वेख्या इन्ना गरीब बंदा किरत करन वाला, वो भी कसाई दा काम करदा है, मेरे बराबर किवें? उन्हें खुदा नूं पुछया अल्लाह ताला मेरे बराबर उहनूं रुतबा किवें मिल गया? ते अल्लाह ताला ने कहा हाँ ओदी इबादत नहीं, ओदी बंदगी नहीं, ओदा सिमरन भगती पुन दान नहीं, पर हजरत मूसा ओनू तेरे बराबर रुतबा पता क्यों मिलिया? ओदे मां प्यो अखां तो अन्ने ने, वो रोज अपने मां प्यो की रज के सेवा करदा है। राती सौण लग्या पहला बिस्तरा मां प्यो दा विछाउंदा है, सवेरे उठ के पहला उन्हां नूं जल पानी इशनान कराउंदा है। उन्हें इन्नी सेवा कीती है, ओदी अन्नी मां रोज सवेरे उठ के कहंदी है या खुदा मेरे पुत दा रुतबा हजरत मूसे दे बराबर हो जाए, मेरे पुत दा रुतबा हजरत मूसे जिड्डा हो जाए। ते कहंदे हजरत मूसा उस मां दी असीस अरदास प्रवान हो गई, जिदन कसाईयां दा लड़का आएगा तेरे बराबर महल मिलेगा। कहण तो भाव मामा दी असीस लगदी है। अज आपां सत्कारयोग माता जी दे अंतम अरदास करने वास्ते जुड़ बैठे हैं। कोई बंदा दुनिया में परफेक्ट नहीं, सारी दुनिया इम्परफेक्ट है। कोई ना कोई दुनिया में गलती भुल हर बंदे तो हुंदी है। पातशाह ने सानू राह दस्या, भाई अरदास करो, रब दी दरगाह विच बख्शिया जांदा है। आपां अरदास करन वास्ते जुड़े हैं। ये अरदास करनी कहो कबीर सुनो रे संतो, खेत ही करो नवेरा, अब की बार बख्श बंदे को बहुर न भवजल फेरा।
ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸਾਰੀ ਸੰਗਤ ਦਾ ਧੰਨਵਾਦ। ਗੁਰਮੁਖ ਪਿਆਰੇ ਨਾਮ ਬੱਚਿਆਂ ਦਾ ਧੰਨਵਾਦ। ਬਹੁਤ ਪਿਆਰੇ ਨੇ। ਜਦੋਂ ਇਸ ਤਰ੍ਹਾਂ ਇਹਨਾਂ ਨੂੰ ਗੁਰੂ ਸਿੱਖੀ ਦੇ ਬਾਣੇ ਵਿੱਚ ਵੇਖੀਦਾ ਤਾਂ ਮਨ ਬੜਾ ਪ੍ਰਸੰਨ ਹੁੰਦਾ ਹੈ। ਸਤਿਗੁਰੂ ਕਿਰਪਾ ਕਰਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੱਖੀ ਸਿਦਕ ਭਰੋਸਾ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਮਾਤਾ ਸੁਰਜੀਤ ਕੌਰ ਜੀ ਨੂੰ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣ। ਔਰ ਸਾਡੀ ਇਸ ਭੈਣ ਦੀ ਕੀਤੀ ਹੋਈ ਸੇਵਾ ਜਿਹੜੀ ਮਾਤਾ ਜੀ ਦੀ ਇਹਨਾਂ ਨੇ ਮਨ ਜੋੜ ਕੇ ਕੀਤੀ ਹੈ, ਉਹ ਸੇਵਾ ਪ੍ਰਵਾਨ ਹੋਵੇ। ਕਿਉਂਕਿ ਸਾਧ ਸੰਗਤ ਇੱਥੇ ਆਪਾਂ ਸੰਸਾਰ 'ਚ ਐਵੇਂ ਲੋਕ ਗੱਲਾਂ ਬਣਾਉਂਦੇ ਰਹਿੰਦੇ। ਲਓ ਜੀ, ਮਾਂ ਪਿਓ ਨੂੰ ਧੀਆਂ ਦੇ ਘਰ, ਧੀਆਂ ਦੇ, ਮੈਂ 99% ਕਹਿ ਸਕਦਾ ਤੁਸੀਂ ਬਾਹਰ ਵਿਦੇਸ਼ਾਂ 'ਚ ਜਾਓ, ਕਿਹੜਾ ਬੰਦਾ ਜਿਹੜੀਆਂ ਮਾਵਾਂ ਪੁੱਤਾਂ ਕੋਲ ਰਹਿੰਦੀਆਂ ਨੇ, ਜਿੰਨੇ ਮਾਂ ਪਿਓ ਸੱਦੇ ਨੇ ਧੀਆਂ ਨੇ ਸੱਦੇ ਨੇ। ਪੁੱਤ ਕਿਹੜਾ ਸੱਦਦਾ ਉੱਥੇ? ਬਾਹਰ ਵਿਦੇਸ਼ਾਂ, ਅਮਰੀਕਾ, ਇੰਗਲੈਂਡ, ਕੈਨੇਡਾ ਜਾ ਕੇ ਵੇਖੋ, 99% ਧੀਆਂ ਨੇ ਆਪਣੇ ਮਾਂ ਪਿਓ ਸੱਦੇ ਹੋਏ ਨੇ ਵਿਦੇਸ਼ਾਂ 'ਚ ਸੇਵਾ ਕਰ